क्योंकि डीजीपी साहब का बयान आया सी कि बिल्कुल कार्रवाई होएगी, सीसीटीवी फुटेज असीं खंगाल रहे हैं, पर सीसीटीवी फुटेज उस गल नूं भी अज 4 दिन हो गए। कि वाकई तुहानूं लगदा कि सरकार दबाਅ 'च है? तो केंद्र का रवैया जो है उन्होंने प्रति डेमोक्रेटिक नहीं है या लिबरल नहीं है या मतलब उदारवादी नहीं हैगा। कि 80 तो लैके 92 तक का समा रेडिकलिज्म का समा है, मुद्दे उही हैं। उस तो बाद 92-93 तो बाद अप टू 2022 लगा लो, ये यही मुद्दे थोड़े पैसिव रहे हैं कि जिहड़ी साडी पुलिसिंग हैगी आ, ना उन्होंने क्रिमिनल लॉ की नॉलेज है, ना उन्होंने कोई एग्जीक्यूशन है, ना उन्होंने कोई साइकोलॉजी जानते हैं। गुरु ग्रंथ साहब नूं ਉਹ ਕਿੱਥੇ ਲੈ ਕੇ ਜਾਣਾ ਚਾਹੀਦਾ, ਕੀ ਇਹੋ ਜਿਹੇ ਮਾਹੌਲ ਦੇ ਵਿੱਚ ਲੈ ਕੇ ਜਾਣਾ ਜਾਇਜ਼ ਵੀ ਹੈ ਕਿ ਨਹੀਂ। ਇਸ ਤੇ ਸਾਰੀ 15 ਦਿਨ ਦੇ ਅੰਦਰ ਅੰਦਰ ਉਹਨਾਂ ਨੇ ਕਿਹਾ ਵੀ ਹੈ ਕਿ ਰਿਪੋਰਟ ਪੇਸ਼ ਕੀਤੀ ਜਾਏ। ਨੰਬਰ ਨੂੰ ਲੈ ਕੇ ਉਹ ਜੋੜਿਆ ਜਾ ਰਿਹਾ ਜੀ, ਉਹ ਬੀਜੇਪੀ ਨਾਲ ਰਿਲੇਟਡ ਹੈ। ਅੰਮ੍ਰਿਤਪਾਲ ਉਹ ਵਿਰੋਧੀ, ਇੱਕ ਪਾਸੇ ਉਹਨੂੰ ਬੀਜੇਪੀ ਦਾ ਬੰਦਾ ਕਹਿੰਦੇ ਨੇ। ਅੰਮ੍ਰਿਤਪਾਲ ਹੈ ਕੌਣ? ਅੰਮ੍ਰਿਤਪਾਲ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਕੇਂਦਰ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਤਾਂ ਬਿਲਕੁਲ ਸਾਫ਼ ਤੇ ਉਹਨਾਂ ਨੂੰ ਬਿਲਕੁਲ ਤੱਥਗਤ ਜਾਣਕਾਰੀ ਹੋਏਗੀ ਕਿ ਇਸ ਪਾਰਟਿਕੂਲਰ ਵਿਅਕਤੀ ਦੀ ਕੀ ਬੈਕਗ੍ਰਾਉਂਡ ਆ। ਉਹ ਇਹ ਹੋ ਨਹੀਂ ਸਕਦਾ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੂੰ ਕੋਈ ਜਾਣਕਾਰੀ ਨਾ ਹੋਵੇ। ਮੈਂ ਪੰਜਾਬੀ ਹਾਂ, ਮੈਂ ਪੰਜਾਬ, ਮੈਨੂੰ ਆਮ ਬੰਦਾ, ਮੈਂ ਨਾ ਮੈਨੂੰ ਵਿਜੀਲੈਂਸ ਵਾਲਾ ਕੋਈ ਜਾਣਦਾ ਤੇ ਨਾ ਮੈਨੂੰ ਕੋਈ CBI ਵਾਲਾ ਜਾਣਦਾ, ਮੈਨੂੰ ਕੋਈ ਇੰਟੈਲੀਜੈਂਸ ਵਾਲਾ ਨਹੀਂ ਜਾਣਦਾ। ਮੈਂ ਖਬਰਾਂ ਨਾਲ ਮੁਖਾਤਬ ਹੋਣਾ ਜਾਂ ਮੈਂ ਸੋਸ਼ਲ ਮੀਡੀਆ ਤੇ ਰਹਿਣਾ। ਇੱਕ ਪਾਸੇ ਇਹ ਆਂਦਾ ਹੈ ਕਿ ਹਾਂਜੀ ਇੰਟੈਲੀਜੈਂਸ ਰਿਪੋर्ट आई है, टॉप इंटैलीजेंस रिपोर्ट ने यह कह दिता है कि ISI फंडिंग कर रहा है, अमृतपाल नूं कर रहा है। केंद्र सरकार एडा वड्डा आरोप लाती है तो फिर केंद्र सरकार क्यों उड़ीक रही है भी हाले तक कार्रवाई नहीं हुई? ਜਿਹੜੇ ਬਾਹਰ ਬੈਠੇ ਨੇ ਕੈਨੇਡਾ, US, UK ਹੋਰ ਕੰਟਰੀਆਂ ਦੇ ਵਿੱਚ, ਉੱਥੇ 25 ਸਾਲ ਤੱਕ ਜਿਹੜੇ ਮੁੰਡੇ ਨੇ ਉਹਨਾਂ ਨੂੰ ਬਰਗਲਾਇਆ ਜਾ ਰਿਹਾ, ਸੋਸ਼ਲ ਮੀਡੀਆ ਤੇ ਐਕਟਿਵ ਹੋ ਰਹੇ ਨੇ, ਉੱਥੋਂ ਪੈਸਾ ਆ ਰਿਹਾ ਅੰਮ੍ਰਿਤਪਾਲ ਨੂੰ। ਜਿੱਥੇ ਆਪਾਂ ਪਾਲਕੀ ਸਾਹਿਬ ਲੈ ਕੇ ਜਾਂਦੇ ਉਹਨੂੰ ਨਗਰ ਕੀਰਤਨ ਕਹੀਦਾ, ਤੇ ਨਗਰ ਕੀਰਤਨ ਦੇ ਵਿੱਚ ਮੈਂ ਲੰਗਰ ਲੱਗਦੇ ਦੇਖੇ ਨੇ, ਨਗਰ ਕੀਰਤਨ ਦੇ ਵਿੱਚ ਮੈਂ ਨਾਮ ਜਪਦੇ ਹੋਏ ਦੇਖੇ ਨੇ। ਆਮ ਬੰਦਾ ਉੱਥੇ ਸ਼ਮੂਲੀਅਤ ਕਰਦਾ। ਨਗਰ ਕੀਰਤਨ ਦੇ ਵਿੱਚ ਕਦੀ ਇਸ ਤਰੀਕੇ ਨਾਲ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ ਕਿ ਨਗਰ ਕੀਰਤਨ, ਕਿਉਂਕਿ ਪਾਲਕੀ ਸਾਹਿਬ ਹੈ, ਸਾਰੀ ਉਹਦੀ ਮਰਿਆਦਾ ਰੱਖਦੇ ਨੇ ਤੇ ਸਾਰੀ ਸੇਵਾ ਭਾਵ ਨਾਲ ਉੱਥੇ ਜਾਂਦੇ ਨੇ ਤੇ ਕਿਸੇ ਦੇ ਸਿਰ ਨਹੀਂ ਪਾੜੇ ਜਾਂਦੇ। ਕੇਂਦਰ ਸਰਕਾਰ ਆਰੋਪ ਲਾ ਦਿੰਦੀ ਹੈ, सूबा सरकार आरोप ला दी है, कार्रवाई ना सूबा सरकार कर रही है तो ना केंद्र सरकार कर रही है। भी ISIS ਦੇ ਮੁੱਢਲੇ ਇਹਨਾਂ ਦੇ ਕੋਲ ਸਬੂਤ ਹੈਗੇ, ਲੇਕਿਨ ਅਜੇ ਸਫੀਸ਼ੀਐਂਟ ਜਿਹੜਾ ਹੈ ਕਲੈਕਸ਼ਨ ਆਫ ਐਵੀਡੈਂਸ ਇਹਨਾਂ ਕੋਲ ਨਹੀਂ ਹੈ। ਕੋਈ ਚੀਜ਼ ਜਿਹਦਾ ਕੋਈ ਆਧਾਰ ਨਹੀਂ ਮਿਲਦਾ ਉਹਨੂੰ ਅਸੀਂ ਪਾਕਿਸਤਾਨ ਦੇ ਨਾਲ ਜੋੜ ਦਿੰਦੇ ਹਾਂ। ਪ੍ਰੋਫੈਸਰ ਸਾਹਿਬ ਇਹ ਮਾਹੌਲ ਬਣਾਇਆ ਤਾਂ ਨਹੀਂ ਜਾ ਰਿਹਾ ਕਿਤੇ? ਕਿਉਂਕਿ ਗੱਲ ਹੋਈ ਹੈ ਕਿ ਕੇਂਦਰ ਸਰਕਾਰ ਇਸ ਲਈ ਆਮ ਪੰਜਾਬ 'ਚ ਜਿਹੜਾ ਪੰਜਾਬੀ ਬੈਠਾ ਉਹਨੂੰ ਇਹ ਦਿਖਾ ਦਿੱਤਾ ਜਾਏ, ਦੇਖੋ ਜੀ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ। ਉਹਨਾਂ ਦੇ ਦਿਮਾਗ 'ਚ ਇਹ ਆ ਗਿਆ ਕਿ ਹਾਂ ਪੰਜਾਬ ਸਰਕਾਰ ਨਹੀਂ ਕਾਰਵਾਈ ਕਰ ਰਹੀ, ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਕੱਲ ਨੂੰ ਕੁਛ ਅਗਰ ਅਸੀਂ ਫਿਰ ਉਹ ਸੰਤਾਪ ਜਿਹੜਾ ਅਸੀਂ ਹੰਡਾ ਚੁੱਕੇ ਹਾਂ ਉਸ ਪਾਸੇ ਧਕੇਲ ਲਈਏ ਤਾਂ ਕਿ ਕੇਂਦਰ ਸਰਕਾਰ ਕਹੇਗੀ ਅਸੀਂ ਤਾਂ ਆਗਾਹ ਕੀਤਾ ਸੀ। ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈਗਾ ਇਹ ਬਾਪੂਗੀ ਢੰਗ ਦੇ ਨਾਲ ਨਿਭਾਇਆ ਨਹੀਂ ਜਾ ਰਿਹਾ। ਤੇ ਪਹਿਲਾਂ ਸਰਕਾਰਾਂ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਪ੍ਰੋਪਰਲੀ ਪੰਜਾਬ ਦੇ ਯੂਥ ਨੂੰ, ਪੰਜਾਬ ਦੀ ਇਕਨੋਮੀ ਨੂੰ, ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਐਡਰੈਸ ਹੀ ਨਹੀਂ ਕੀਤਾ। ਕਿਸੇ ਨੇ ਵੀ ਰੂਟ ਨੂੰ ਜਿਹੜਾ ਹੈਗਾ ਸਰਕਾਰ ਨੇ ਐਡਰੈਸ ਨਹੀਂ ਕੀਤਾ, ਟ੍ਰੀਟ ਨਹੀਂ ਕੀਤਾ। ਇਸ ਕਾਰਨ ਇਹ ਮਸਲੇ ਦਿਨ ਪ੍ਰਤੀ ਦਿਨ ਜਿਹੜੇ ਹੈਗੇ ਆ ਉਹ ਪੰਜਾਬ ਦੀ ਸ਼ਾਂਤੀ ਦੇ ਲਈ ਵੀ ਚੁਣੌਤੀ ਬਣਦੇ ਜਾ ਰਹੇ ਆ ਤੇ ਪੰਜਾਬ ਦੇ ਭਵਿੱਖ ਲਈ ਵੀ। ਜਿਹੜੇ ਮੁੱਦੇ ਤੁਸੀਂ ਕਹਿ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸਰਕਾਰ ਵਾਕਈ ਸੰਜੀਦਗੀ ਨਾਲ ਬੇਰੋਜ਼ਗਾਰੀ, ਨਸ਼ਾ ਇਹਨਾਂ ਨੂੰ ਐਡਰੈਸ ਕਰ ਲੈਂਦੀ ਤਾਂ ਫਿਰ ਇਹ ਬੂਟਾ ਹਰਾ ਭਰਾ ਹੋ ਜਾਣਾ ਸੀ? ਤਾਂ ਫਿਰ ਇਹ ਸਿਆਸਤ ਕਿਵੇਂ ਖੇਡਦੇ? ਪਹਿਲਾਂ ਤਾਂ ਤੁਸੀਂ ਦੇਖੋ ਵੀ ਕੈਪਟਨ ਸਾਹਿਬ ਬਣਾ ਦਿੱਤੇ, ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਪੰਜਾਬੀਆਂ ਨੇ ਕਿਹਾ ਬਿਲਕੁਲ ਜੀ ਆ ਲਓ ਤੁਹਾਨੂੰ ਰਾਜ ਦੇ ਦਿੱਤਾ। ਕੈਪਟਨ ਸਾਹਿਬ ਗਏ ਤਾਂ ਹੁਣ ਇਹਨਾਂ ਨੇ ਵੀ ਸਰਕਾਰ ਜੇ ਬਣੀ ਹੈ ਇਹ ਉਸੇ ਮੁੱਦਿਆਂ ਤੇ ਹੀ ਬਣੀ ਹੈ। ਕਿਉਂਕਿ ਪੰਜਾਬੀ ਹਮੇਸ਼ਾ ਦਿਲੋਂ ਸੋਚਦਾ, ਪੰਜਾਬੀਆਂ ਨੂੰ ਇਹ ਲੱਗਦਾ ਕਿ ਸ਼ਾਇਦ ਇੱਥੋਂ ਸੁਧਾਰ ਹੋ ਜਾਊਗਾ, ਕਿਉਂਕਿ ਅਸੀਂ 20 ਸਾਲਾਂ ਤੋਂ 25 ਸਾਲਾਂ ਤੋਂ ਸ਼ਾਇਦ ਇਹੀ ਸੁਣਦੇ ਆ ਰਹੇ ਹਾਂ। ਪਲਟੀਆਂ ਵੀ ਮਾਰਦੇ ਰਹੇ, ਤੇਰੀ ਵਾਰੀ ਮੇਰੀ ਵਾਰੀ, ਇਹਨਾਂ ਵਾਸਤੇ ਤਾਂ ਇਹ ਰਹਿੰਦੀ ਰਹੀ, ਪਰ ਉਹ ਪੰਜਾਬ ਦਾ ਵਿੱਚ ਕੀ ਸੀ? ਜਿੰਨੀ ਦੇਰ ਤੱਕ ਅਸੀਂ ਫਰੀਬੀਜ਼ ਦੇ ਚੱਕਰ ਚੋਂ ਬਾਹਰ ਨਹੀਂ ਆਉਂਦੇ, ਸਬਸਿਡੀਜ਼ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਆਉਂਦੇ, ਸਟੇਟ ਖਜ਼ਾਨਾ ਚੰਗੀ ਤਰ੍ਹਾਂ ਭਰਦੇ ਨਹੀਂ, ਇਹਦੇ ਵਿੱਚ ਲੋਕਾਂ ਦਾ ਵੀ ਰੋਲ ਆ। ਲੋਕਾਂ ਨੂੰ ਜਿਹੜਾ ਹੈ ਹਰ ਸਹੂਲਤ ਜਿਹੜੀ ਹੈ ਰੋਟੀ ਪਾਣੀ ਸਾਰੀ ਚੀਜ਼ ਤੋਂ ਲੈ ਕੇ ਘਰੇ ਅਵੇਲੇਬਲ ਹੁੰਦੀ ਆ, ਇਸ ਕਰਕੇ ਉਹ ਕਿਰਤ ਕਰਨਾ ਹੀ ਛੱਡ ਗਏ ਆ। ਤੇ ਸਰਕਾਰ ਨੇ ਦਾਲ, ਚੀਨੀ ਜਿਹੜਾ ਹੈਗਾ, ਆਟਾ, ਹਰ ਚੀਜ਼ ਸਾਨੂੰ ਮੁਹੱਈਆ ਕਰਨੀ ਹੈ, ਇਸ ਕਰਕੇ ਸਾਨੂੰ ਕਰਨਾ ਕੀ ਹੈ ਕੰਮ ਕਰ।
ਫ੍ਰੀ ਦੀ ਤਾਂ ਸ਼ਾਇਦ ਸਾਨੂੰ ਆਦਤ ਪੈ ਗਈ ਹੈ। ਸ਼ਾਇਦ ਜਦੋਂ ਜਿਹੜਾ ਫ੍ਰੀ ਕਰਕੇ ਸਾਡਾ ਪੰਜਾਬ ਦਾ ਖਜ਼ਾਨਾ ਖਾਲੀ ਕਰ ਜਾਂਦਾ, ਅਸੀਂ ਉਦੋਂ ਨਹੀਂ ਧਿਆਨ ਦਿੰਦੇ, ਉਦੋਂ ਦਿੰਦੇ ਹਾਂ ਜਦੋਂ ਸੱਤਾ 'ਚ ਉਸ ਬੰਦੇ ਨੂੰ ਬਿਠਾ ਦਿੰਦੇ ਹਾਂ। ਹਾਲੇ ਤੱਕ ਅਸੀਂ ਮੋਬਾਈਲ ਫੋਨਾਂ ਤੇ ਰਹੇ, ਸਮਾਰਟਫੋਨ ਮਿਲ ਜਾਣਗੇ, ਲੈਪਟਾਪ ਮਿਲ ਜਾਣਗੇ, ਐਤਕੀ ਤਾਂ ਸਕੂਟੀਆਂ ਵੀ ਮਿਲ ਜਾਣੀਆਂ ਸੀਗੀਆਂ। ਤੇ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਗੱਲ ਨਹੀਂ ਕਿ ਕੱਲ ਨੂੰ ਕੋਈ ਪਾਰਟੀ ਆ ਕੇ ਇਹ ਵੀ ਦਾਅਵਾ ਕਰ ਦੇਵੇ ਜੀ ਸਾਨੂੰ ਜਿਤਾ ਦਿਓ, ਸਾਰੇ ਘਰੇ ਅਸੀਂ ਠਾਰ ਦੇ ਦਾਂਗੇ। ਪੰਜਾਬ ਦਾ ਭਵਿੱਖ ਫਿਰ ਧੁੰਦਲਾ ਹੀ ਰਹੇਗਾ। ਇਹ ਆਪਣੇ ਮੁੱਖ ਰਾਹ ਦੇ ਉੱਤੇ, ਵਿਕਾਸ ਦੇ ਰਾਹ ਦੇ ਉੱਤੇ ਪੈ ਨਹੀਂ ਸਕੇਗਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਡ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਅਜਨਾਲਾ ਹਿੰਸਾ ਤੇ, ਕਿਉਂਕਿ ਅਜਨਾਲੇ ਜਿਹੜੀ ਹਿੰਸਾ ਹੋਈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ, ਉਹਨਾਂ ਨੇ ਅੱਜ ਸਬ ਕਮੇਟੀ ਦਾ ਇੱਕ ਗਠਨ ਕੀਤਾ। ਉਸ ਤੇ ਆਪਾਂ ਚਰਚਾ ਕਰਾਂਗੇ ਵੀ ਇਹ ਕਮੇਟੀ ਕਾਹਦੇ ਵਾਸਤੇ ਬਣਾਈ ਗਈ ਹੈ, ਤੇ ਨਾਲ ਹੀ ਰਾਜਾ ਵੜਿੰਗ ਨੇ ਡੀਜੀਪੀ ਨੂੰ ਅਜਨਾਲਾ ਹਿੰਸਾ ਨੂੰ ਲੈ ਕੇ ਚਿੱਠੀ ਲਿਖ ਦਿੱਤੀ ਹੈ। ਤੇ ਚਿੱਠੀ ਕੜੇ ਸ਼ਬਦਾਂ ਦੇ ਵਿੱਚ ਇਹ ਪੁੱਛਿਆ ਕਿ ਜਿੱਥੇ ਪੁਲਿਸ ਹੀ ਨਹੀਂ ਸੁਰੱਖਿਅਤ, ਉੱਥੇ ਆਮ ਬੰਦਾ ਕਿਵੇਂ ਸੁਰੱਖਿਅਤ ਹੋਊਗਾ। ਤੇ ਉਹਨਾਂ ਨੇ ਇਹ ਕਿਹਾ ਕਿ ਜਲਦ ਤੋਂ ਜਲਦ ਅੰਮ੍ਰਿਤਪਾਲ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਸਾਡੇ ਨਾਲ ਅੱਜ ਮੌਜੂਦ ਰਹਿਣਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜਗਮੋਹਨ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਅੰਮ੍ਰਿਤਪਾਲ ਦਾ, ਕਿਉਂਕਿ ਜਦੋਂ ਦਾ ਉਹ ਅਜਨਾਲਾ ਹਿੰਸਾ ਹੋਈ ਹੈ ਉਸ ਤੋਂ ਬਾਅਦ ਅੰਮ੍ਰਿਤਪਾਲ ਸੁਰਖੀਆਂ ਦੇ ਵਿੱਚ ਹੈ। ਦਿਨ ਬ ਦਿਨ ਕੋਈ ਨਵੀਂ ਅਪਡੇਟ ਆ ਜਾਂਦੀ ਹੈ, ਵਿਰੋਧੀ ਵੀ ਭਾਰੀ ਹੋ ਰਹੇ ਨੇ ਸਰਕਾਰ ਤੇ ਵੀ ਜਲਦੀ ਕਾਰਵਾਈ ਕੀਤੀ ਜਾਵੇ ਉਸ ਤੇ, ਕਿਉਂਕਿ ਡੀਜੀਪੀ ਸਾਹਿਬ ਦਾ ਬਿਆਨ ਆਇਆ ਸੀ ਕਿ ਬਿਲਕੁਲ ਕਾਰਵਾਈ ਹੋਏਗੀ, ਸੀਸੀਟੀਵੀ ਫੁਟੇਜ ਅਸੀਂ ਖੰਗਾਲ ਰਹੇ ਹਾਂ। ਪਰ ਸੀਸੀਟੀਵੀ ਫੁਟੇਜ ਉਸ ਗੱਲ ਨੂੰ ਵੀ ਅੱਜ 4 ਦਿਨ ਹੋ ਗਏ। ਕੀ ਵਾਕਈ ਤੁਹਾਨੂੰ ਲੱਗਦਾ ਕਿ ਸਰਕਾਰ ਦਬਾਅ 'ਚ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ ਇਸ ਟਾਈਮ ਕਾਰਵਾਈ ਨਹੀਂ ਕਰ ਪਾ ਰਹੀ? ਦੇਖੋ ਸੁਰਿੰਦਰ ਸਿੰਘ ਜੀ, ਇਹਦੇ ਵਿੱਚ ਨਾ 2 ਇਸ਼ੂ ਨੇ। ਜੇ ਥੋੜਾ ਜਿਹਾ ਵਾਈਡਰ ਪਰਸਪੈਕਟਿਵ ਦੇ ਵਿੱਚ ਇਸ ਨੂੰ ਅਸੀਂ ਦੇਖੀਏ, ਇੱਕ ਇਸ਼ੂ ਤਾਂ ਇਹ ਹੈਗਾ ਕਿ ਜਿਹੜੀ ਸਿੱਖਾਂ ਦੀ ਜਿਹੜੀ ਘੱਟ ਗਿਣਤੀ ਹੈ, ਰਿਲੀਜੀਅਸ ਮਿਨੋਰਿਟੀ ਜਿਹੜੀ ਹੈਗੀ ਆ ਕੌਮੀ ਪ੍ਰਸੰਗ ਦੇ ਵਿੱਚ, ਉਹਨਾਂ ਨੂੰ 1947 ਤੋਂ ਔਨਵਰਡਸ ਜਿਸ ਤਰ੍ਹਾਂ ਉਹਨਾਂ ਦਾ ਦ੍ਰਿਸ਼ਟੀਕੋਣ ਹੈਗਾ ਕਿ ਉਹਨਾਂ ਨੂੰ ਹੱਕ ਨਹੀਂ ਮਿਲ ਰਹੇ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਉਹਨਾਂ ਦੀਆਂ ਐਸਪੀਰੇਸ਼ਨਸ ਨੇ ਜਿਹੜੀਆਂ ਐਜ਼ ਏ ਘੱਟ ਗਿਣਤੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਆਪਣੇ ਆਪ ਨੂੰ ਸ਼ਾਮਿਲ ਕੀਤਾ ਸੀ, ਉਹ ਨਹੀਂ ਪੂਰੀਆਂ ਹੋ ਰਹੀਆਂ ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ। ਤੋ ਕੇਂਦਰ ਦਾ ਰਵੱਈਆ ਜਿਹੜਾ ਹੈ ਉਹਨਾਂ ਪ੍ਰਤੀ ਡੈਮੋਕ੍ਰੈਟਿਕ ਨਹੀਂ ਹੈ, ਜਾਂ ਲਿਬਰਲ ਨਹੀਂ ਹੈ, ਜਾਂ ਮਤਲਬ ਉਦਾਰਵਾਦੀ ਨਹੀਂ ਹੈਗਾ। ਦੂਸਰਾ ਜਿਹੜਾ ਇਹਦਾ ਪੱਖ ਹੈਗਾ ਕਿ ਜਿਹੜੀ ਸਾਡੀ ਆਪਣੀ ਸਥਾਨਕ ਸਰਕਾਰ ਆ, ਪ੍ਰਾਂਤ ਦੀ ਜਿਹੜੀ ਸਰਕਾਰ ਆ, ਉਹਨਾਂ ਨਾਲ ਸੰਬੰਧਿਤ ਜਿਹੜੇ ਮੁੱਦੇ ਆ ਪੰਜਾਬ ਦੇ ਲੋਕਾਂ ਦੇ, ਚਾਹੇ ਉਹ ਪਾਣੀ ਨਾਲ ਸੰਬੰਧਿਤ ਹੈ, ਭਾਵੇਂ ਉਹ ਹਵਾ ਪ੍ਰਦੂਸ਼ਣ ਨਾਲ ਸੰਬੰਧਿਤ ਆ, ਡਰਿੰਕਿੰਗ ਵਾਟਰ ਨਾਲ ਸੰਬੰਧਿਤ ਆ, ਰੁਜ਼ਗਾਰ ਨਾਲ ਸੰਬੰਧਿਤ ਆ, ਉਹਨਾਂ ਦੇ ਮੌਕੇ ਔਰ ਉਹਨਾਂ ਦੇ ਪ੍ਰਤੀ ਉਸ ਵਿੱਚ ਜਿਹੜਾ ਇਨਸਾਫ ਆ, ਜਾਂ ਉਸ ਵਿੱਚ ਜਿਹੜੀ ਆਪਾਂ ਕਹਿੰਦੇ ਆ ਕਿ ਕਮਿਟਮੈਂਟ ਹੈ, ਜਾਂ ਉਸ ਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਦੀ, ਮੈਰਿਟ ਦੀ ਜਿਹੜੀ ਪ੍ਰਤੀਬੱਧਤਾ ਹੈ, ਉਸ ਦੇ ਉੱਤੇ ਜਿਹੜੇ ਹੈਗੇ ਨਾ ਇੱਕ ਜਨਰਲ ਅਨਰੈਸਟ ਆ। ਇਹ ਜਿਹੜੀ ਜਨਰਲ ਅਨਰੈਸਟ ਹੈਗੀ ਆ, ਇਹ ਕਦੇ ਜਦੋਂ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਪੀਕ ਬਣ ਜਾਂਦੀ ਆ, ਫਿਰ ਉਹ ਰੈਡੀਕਲਿਜ਼ਮ ਵੱਲ ਨੂੰ ਥੋੜਾ ਵੱਧਦੀ ਆ। ਹੁਣ ਤੁਸੀਂ ਦੇਖੋ ਕਿ 80 ਤੋਂ ਲੈ ਕੇ 92 ਤੱਕ ਦਾ ਸਮਾਂ ਰੈਡੀਕਲਿਜ਼ਮ ਦਾ ਸਮਾਂ ਹੈ, ਮੁੱਦੇ ਉਹੀ ਆ। ਉਸ ਤੋਂ ਬਾਅਦ 92-93 ਤੋਂ ਬਾਅਦ ਅਪ ਟੂ 2022 ਲਗਾ ਲਓ, ਇਹਦੇ ਵਿੱਚ ਇਹੀ ਮੁੱਦੇ ਥੋੜੇ ਪੈਸਿਵ ਰਹੇ ਆ। ਜਦੋਂ ਉਹਨਾਂ ਦਾ ਜਸਟਿਸ ਨਹੀਂ ਮਿਲਦਾ, ਉਹਨਾਂ ਦੇ ਪ੍ਰਤੀ ਕਿਸੇ ਵੀ ਸਰਕਾਰ ਦੀ ਗੰਭੀਰਤਾ ਤੇ ਸੰਜੀਦਗੀ ਨਹੀਂ ਮਿਲਦੀ, ਤਾਂ ਹੌਲੀ ਜਿਹੜਾ ਹੈਗਾ ਉਹ ਮਸਲੇ ਰੈਡੀਕਲਿਜ਼ਮ ਵੱਲ ਨੂੰ ਜਾਂਦੇ ਆ। ਤੇ ਪਿੱਛੇ ਜਿਹੜੇ ਅਜਨਾਲੇ ਦੇ ਵਿੱਚ ਘਟਨਾ ਹੋਈ ਆ, ਉਹਨੂੰ ਵੀ ਇਸੇ ਪ੍ਰਸੰਗ ਵਿੱਚ ਹੀ ਦੇਖਿਆ ਜਾ ਸਕਦਾ ਕਿ ਜਿਹੜੀ ਸਾਡੀ ਪੁਲਿਸਿੰਗ ਹੈਗੀ ਆ, ਨਾ ਉਹਨਾਂ ਨੂੰ ਕ੍ਰਿਮੀਨਲ ਲਾਅ ਦੀ ਨੌਲੇਜ ਹੈ, ਨਾ ਉਹਨਾਂ ਦੇ ਕੋਲੇ ਕੋਈ ਐਗਜ਼ੀਕਿਊਸ਼ਨ ਹੈ, ਨਾ ਉਹ ਕੋਈ ਸਾਈਕੋਲੋਜੀ ਜਾਣਦੇ ਆ ਕਿ ਮਾਸ ਸਾਈਕੋਲੋਜੀ ਕੀ ਹੁੰਦੀ ਹੈ। ਤਾਂ ਕਿਸੇ ਵੀ ਪ੍ਰਕਾਰ ਦੀ ਉਹਨਾਂ ਦੀ ਵਿਵੇਕਸ਼ੀਲਤਾ ਨਾ ਹੋਣ ਕਰਕੇ ਮੁੱਦਾ ਥੋੜਾ ਉਲਝਿਆ ਹੈ। ਚਾਹੀਦਾ ਇਹ ਸੀਗਾ ਕਿ ਜਦੋਂ ਉਹਨਾਂ ਦੇ ਭਾਈ ਅਮਰਤਪਾਲ ਸਿੰਘ ਜੀ ਦਾ ਕੋਈ ਸਾਥੀ ਜਿਹੜਾ ਸੀ, ਉਹਨਾਂ ਦੇ ਉੱਤੇ ਮੰਨ ਲਓ ਕੇਸ ਬਣਾਇਆ ਗਿਆ, ਕੇਸ ਵਾਕਈ ਬਣਾਇਆ ਜਾਣਾ ਬਣਦਾ ਸੀ, ਉਸ ਦੀ ਸਾਰੀ ਮੈਰਿਟ ਦੇਖੀ ਜਾਣੀ ਬਣਦੀ ਹੈ। ਜੇ ਉਹਦੀ ਮੈਰਿਟ ਬਣਦੀ ਸੀ ਤਾਂ ਫਿਰ ਇਹਦੀ ਕੈਂਸੀਲੇਸ਼ਨ ਜਿਹੜੀ ਹੈਗੀ ਆ ਉਹ ਤਾਂ ਜਾ ਕੇ ਕੋਰਟ 'ਚੋਂ ਹੋਣੀ ਹੈ। ਪੁਲਿਸ ਤਾਂ ਕੈਂਸੀਲੇਸ਼ਨ ਕਰ ਨਹੀਂ ਸਕਦੀ। ਕੈਂਸੀਲੇਸ਼ਨ ਜਿਹੜੀ ਹੈ ਉਹਦਾ ਕੋਈ ਇੱਕ ਜਿਹੜਾ ਹੈ ਉਹ ਵਾਅਦਾ ਕਰ ਸਕਦੀ ਹੈ, ਜਾਂ
ਉਹਦਾ ਜਿਹੜਾ ਹੈਗਾ ਇੱਕ ਤੁਹਾਨੂੰ ਜਿਹੜਾ ਹੈਗਾ ਪਲੈਜ ਕਰ ਸਕਦੀ ਹੈ ਕਿ ਅਸੀਂ ਇਹਦਾ ਕੈਂਸਲ ਕਰ ਦਿਆਂਗੇ। ਪਰ ਕੈਂਸਲ ਕਿਉਂ ਕਰ ਦਿਆਂਗੇ? ਜੇ ਤੁਸੀਂ ਮੈਰਿਟ ਦੇ ਆਧਾਰ ਦੇ ਉੱਤੇ ਉਸ ਕੇਸ ਨੂੰ ਦੇਖਿਆ ਹੀ ਨਹੀਂ ਹੈ, ਠੀਕ ਹੈ ਨਾ, ਉਹਦੇ ਵਿੱਚ ਕੋਈ ਜਸਟਿਸ ਹੈ ਹੀ ਨਹੀਂ ਹੈ, ਫਾਲਸ FIR ਹੈਗੀ ਆ, ਮੁੱਦਾ ਠੀਕ ਨਹੀਂ ਸੀਗਾ, ਉਹਦੇ ਤੇ FIR ਬਣਦੀ ਨਹੀਂ ਸੀ, ਤਦੇ ਕੈਂਸੀਲੇਸ਼ਨ ਕਰ ਰਹੇ ਹੋ। ਤੋ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈਗੀ ਆ, ਜਦੋਂ ਸਾਡੀ ਜਿਹੜੀ ਪੁਲਿਸਿੰਗ ਹੈਗੀ ਆ ਉਹਦੇ ਵਿੱਚ ਕੋਈ ਯੋਗਤਾ ਨਹੀਂ ਹੈ, ਨਾ ਕ੍ਰਿਮੀਨੈਲਿਟੀ ਨੂੰ ਪਕੜਨ ਦੀ, ਨਾ ਮਾਸ ਸਾਈਕੋਲੋਜੀ ਨੂੰ ਸਮਝਣ ਦੀ, ਫਿਰ ਇਸ ਤਰ੍ਹਾਂ ਦੇ ਅਨਐਕਸਪੈਕਟਡ ਮੁੱਦੇ ਜਿਹੜੇ ਹੈਗੇ ਆ, ਉਹ ਅਨਰੈਸਟ ਜਿਹੜੀ ਸੁਸਾਇਟੀ 'ਚ ਹੋਈ ਵੀ ਆ ਉਸ ਨੂੰ ਮਿਲਦੇ ਆ, ਤੇ ਉਹ ਕੋਈ ਵੀ ਸ਼ੇਪ ਜਿਹੜੀ ਹੈਗੀ ਆ ਕਿਸੇ ਪ੍ਰਕਾਰ ਦੀ ਜਿਹੜੀ ਐਗਰਾਵੇਟਡ ਜਿਹੜੀ ਹੈਗੀ ਆ ਸਿਚੁਏਸ਼ਨ, ਉਹਦੇ ਵੱਲ ਨੂੰ ਚੀਜ਼ਾਂ ਪਲਟ ਜਾਂਦੀਆਂ ਨੇ। ਇਸ ਕਰਕੇ ਜਿਹੜੀ ਇਸ ਸਰਕਾਰ ਨੂੰ ਵੀ ਮੈਚੋਰਿਟੀ ਨਾਲ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ। ਜਿਹੜੀ ਸਾਡੀ ਬਿਊਰੋਕ੍ਰੇਸੀ ਆ, ਪੁਲਿਸ ਬਿਊਰੋਕ੍ਰੇਸੀ ਆ, ਨੀਚੇ ਤੋਂ ਲੈ ਕੇ SHO ASI ਟੂ ਔਨਵਰਡਸ ਅਪ ਟੂ ਪੁਲਿਸ ਕਮਿਸ਼ਨਰ ਤੱਕ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹ ਬਹੁਤ ਗੰਭੀਰਤਾ ਦੇ ਨਾਲ ਇਹਦੀ ਜਿਹੜੀ ਕ੍ਰਿਮੀਨਲ ਲਾਅ ਔਰ ਉਹਦੀ ਜਿਹੜੀ ਐਪਲੀਕੇਸ਼ਨ ਆ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ, ਤਾਂ ਕਿ ਇਸ ਤਰ੍ਹਾਂ ਦੀਆਂ ਅਨਟੋਵਰਡ ਇਨਸੀਡੈਂਟਸ ਜਿਹੜੀਆਂ ਨੇ ਸਾਡੀਆਂ ਗਲਤੀਆਂ ਦੇ ਵਿੱਚੋਂ, ਸਾਡੀਆਂ ਜਿਹੜੀਆਂ ਨੈਗਲੀਜੈਂਸਿਸ ਦੇ ਵਿੱਚੋਂ ਨਾ ਉੱਭਰਨ। ਸੁਰਿੰਦਰ ਜੀ ਬਿਲਕੁਲ। ਪਰ ਪ੍ਰੋਫੈਸਰ ਸਾਹਿਬ ਤੁਸੀਂ ਦੇਖੋ ਵੀ ਇੱਕ ਪਾਸੇ SSP ਸਾਹਿਬ ਇਹ ਬਿਆਨ ਦਿੰਦੇ ਨੇ ਕਿ ਵਾਕਈ ਕਿ ਜਿਹੜੇ ਪ੍ਰੂਫ ਸਾਨੂੰ ਅੰਮ੍ਰਿਤਪਾਲ ਜੀ ਨੇ ਪੇਸ਼ ਕੀਤੇ ਉਸ ਤੋਂ ਪਤਾ ਲੱਗਦਾ ਕਿ ਤੂਫਾਨ ਸਿੰਘ ਬੇਗੁਨਾਹ ਤੇ ਅਗਲੇ ਦਿਨ ਕੋਰਟ ਤੋਂ ਉਹਨੂੰ ਰਿਹਾ ਵੀ ਕਰਾ ਦਿੱਤਾ ਜਾਂਦਾ ਹੈ। ਪਰ ਇੱਥੇ ਇਹਦਾ ਮਤਲਬ ਜਿੰਨੇ ਕੰਪਲੇਂਟ ਲਿਖਾਈ ਸੀ, ਕੀ ਫਿਰ ਇਹਦਾ ਮਤਲਬ ਉਹਨੇ ਪੁਲਿਸ ਦਾ ਸਮਾਂ ਬਰਬਾਦ ਕੀਤਾ, ਪੁਲਿਸ ਨੂੰ ਗਲਤ ਇਨਫੋਰਮੇਸ਼ਨ ਦਿੱਤੀ, ਕਿ ਉਹਦੇ ਖਿਲਾਫ ਕਾਰਵਾਈ ਨਹੀਂ ਬਣਦੀ ਅਗਰ ਉਹ ਸਹੀ ਹੈ ਤਾਂ? ਕਿਉਂਕਿ ਇੱਕ ਤਾਂ ਦੋਸ਼ੀ ਹੋਣਾ ਚਾਹੀਦਾ, ਤੇ ਦੂਜੇ ਪਾਸੇ ਇੱਕ ਪਾਸੇ ਕਿਉਂਕਿ ਪੁਲਿਸ ਦੀ ਵਾਹਵਾਈ ਬਣ ਰਹੀ ਹੈ, ਪੁਲਿਸ ਦੀ ਸ਼ਾਬਾਸ਼ੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਸਾਰੇ ਮਸਲੇ ਦਾ ਮਤਲਬ ਬੜੀ ਨਜਿੱਠਿਆ ਉਹਨਾਂ ਨੇ, ਕੋਈ ਇਹੋ ਜਿਹੇ ਹਥਿਆਰ ਅੱਗੋਂ ਇਹੋ ਜਿਹਾ ਕੋਈ ਘਟਨਾ ਨਹੀਂ ਵਾਪਰੀ ਕਿ 7 ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਜਾਂਦੇ ਨੇ। ਉਧਰਲੇ ਪਾਸੇ ਤਾਂ ਉਹ ਆਪਦੀ ਪਿੱਠ ਥਪਥਪਾਉਂਦੀ ਹੈ, ਬਿਲਕੁਲ ਬਣਦੀ ਵੀ ਹੈ ਕਿ ਵਾਕਈ ਉਹਨਾਂ ਨੇ ਜਿਸ ਤਰੀਕੇ ਨਾਲ ਉਹ ਸਾਰੀਆਂ ਚੀਜ਼ਾਂ ਕੰਟਰੋਲ ਕੀਤੀਆਂ, ਬਹੁਤ ਵਧੀਆ ਗੱਲ ਸੀ। ਪਰ ਉਧਰ ਪਾਲਕੀ ਸਾਹਿਬ ਉੱਥੇ ਲੈ ਕੇ ਜਾਣਾ, ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੰਨਾ ਸਾਰਾ ਕੁਝ ਕਰ ਦੇਣਾ, ਉਸ ਨੂੰ ਕਿਵੇਂ ਦੇਖਦੇ ਹੋ? ਇਹ ਇਸ਼ੂ ਹੈ ਜਿਹੜਾ ਤੁਸੀਂ ਹੁਣ ਉਠਾਇਆ ਹੈ, ਇਹਦੇ ਵਿੱਚ ਸੰਵੇਦਨਸ਼ੀਲਤਾ ਬਹੁਤ ਜ਼ਿਆਦਾ ਆ। ਇਹਦੇ ਵਿੱਚ ਜਿਹੜੀਆਂ ਕੁਝ ਸਿੱਖ ਐਮੀਨੈਂਟ ਪਰਸਨੈਲਿਟੀਜ਼ ਨੇ, ਆਰਗੇਨਾਈਜੇਸ਼ਨਸ ਨੇ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਜਾਂ SGPC ਜਾਂ ਹੋਰ ਇਸ ਤਰ੍ਹਾਂ ਦੀਆਂ ਧਾਰਮਿਕ ਜਥੇਬੰਦੀਆਂ ਇਹਦੇ ਸੰਬੰਧ ਦੇ ਵਿੱਚ ਜਿਹੜੀਆਂ ਨੇ ਪ੍ਰਤੀਕਿਰਿਆ ਆਪਣੀ ਦੇ ਸਕਦੀਆਂ ਨੇ। ਕਿਉਂਕਿ ਬਹੁਤ ਪਹਿਲਾਂ ਮੈਨੂੰ ਥੋੜਾ ਯਾਦ ਹੈ ਇਸ ਤਰ੍ਹਾਂ ਦਾ ਕਿ ਜਦੋਂ ਅਸੀਂ ਕਈ ਥਾਵਾਂ ਦੇ ਉੱਤੇ ਵਿਆਹਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਅਸੀਂ ਲੈ ਜਾਂਦੇ ਸੀ, ਤਾਂ ਉਹ ਬੰਦ ਕਰ ਦਿੱਤਾ ਗਿਆ ਸੀਗਾ ਕਿ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਇਸ ਨੂੰ ਨਹੀਂ ਲੈ ਕੇ ਜਾਵਾਂਗੇ। ਜਦੋਂ ਸਾਡੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮਾਜਿਕ ਰਹੁ ਰੀਤਾਂ ਨੇ ਉਹਦੇ ਵਿੱਚ ਅਸੀਂ ਉਸ ਅਨੁਸ਼ਾਸਨ ਦਾ ਜਾਂ ਉਸ ਮਰਿਆਦਾ ਦਾ ਪਾਲਨ ਕਰਦੇ ਹਾਂ, ਤਾਂ ਫਿਰ ਕੋਈ ਜੇ ਰਾਜਨੀਤਿਕ ਘਟਨਾ ਹੈ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕਾਰਵਾਈ ਜਿਹੜੀ ਹੈ ਜਾਂ ਇਸ ਤਰ੍ਹਾਂ ਦਾ ਜਿਹੜਾ ਅਟੈਂਪਟ ਲਿਆ ਗਿਆ ਉਹ ਨਹੀਂ ਲਿਆ ਜਾਣਾ ਚਾਹੀਦਾ ਸੀ। ਜਿਹੜੀ ਇੱਕ ਰਾਜਨੀਤਿਕ ਲੜਾਈ ਆ ਉਹ ਰਾਜਨੀਤਿਕ ਢੰਗਾਂ, ਔਜ਼ਾਰਾਂ ਤੇ ਸੰਦਾਂ ਦੇ ਨਾਲ ਹੀ ਲੜੀ ਜਾਵੇ। ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮਰਿਆਦਾ ਹੈ ਉਸ ਦਾ ਜਿਹੜਾ ਹੈ ਸਾਨੂੰ ਰਿਸਪੈਕਟ ਜਿਹੜੀ ਆ ਉਹ ਪੇ ਕਰਨੀ ਚਾਹੀਦੀ ਆ। ਅਗਰ ਇਹ ਨਹੀਂ ਪੇ ਹੋਈ ਤਾਂ ਇਹ ਇੱਕ ਤਰੀਕੇ ਦਾ ਪੁਆਇੰਟ ਆਫ ਡਿਪਾਰਚਰ ਆ, ਜਿਹਨੂੰ ਹੁਣੇ ਹੀ ਵੱਖ-ਵੱਖ ਧਾਰਮਿਕ ਸਮੁਦਾਇ ਜਿਹੜੇ ਹੈਗੇ ਆ, ਜਿਹੜੇ ਸਿੱਖੀ ਦੀ ਮਰਿਆਦਾ ਦੇ ਉੱਤੇ ਪਹਿਰਾ ਦਿੰਦੇ ਆ ਜਾਂ ਉਸ ਨੂੰ ਰੈਗੂਲੇਟ ਕਰਦੇ ਆ, ਉਹਨਾਂ ਨੂੰ ਇਹਦੇ ਵਿੱਚ ਦਖਲ ਦੇ ਕੇ ਜਿਹੜਾ ਹੈਗਾ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਨਾਂ ਥਾਵਾਂ ਦੇ ਉੱਤੇ ਅਸੀਂ ਪਾਲਕੀ ਸਾਹਿਬ ਨੂੰ ਲਿਜਾ ਸਕਦੇ ਹਾਂ, ਕਿਹਨਾਂ ਥਾਵਾਂ ਦੇ ਉੱਤੇ ਇਹ ਮਰਿਆਦਾ ਦੇ ਵਿੱਚ ਜਿਹੜਾ ਹੈਗਾ ਸਾਨੂੰ ਸੰਜਮ ਦੇ ਵਿੱਚ ਰਹਿਣ ਦੀ ਲੋੜ ਹੋਏਗੀ ਤੇ ਅਸੀਂ ਨਹੀਂ ਲੈ ਕੇ ਜਾਵਾਂਗੇ। ਇਹ ਚੀਜ਼ਾਂ ਬਿਲਕੁਲ ਫਿਲਟਰ ਕਰਕੇ ਜਿਹੜੀ ਸਿੱਖ ਕੌਮ ਹੈਗੇ ਆ ਜਾਂ ਸਿੱਖ ਵਸੋਂ ਜਿਹੜੀ ਹੈਗੀ ਆ ਉਹਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਕਿ ਇੱਥੇ ਸਾਡੀ ਮਰਿਆਦਾ ਹੈ ਤੇ ਇੱਥੇ ਜਿਹੜਾ ਹੈਗਾ ਸਾਨੂੰ ਪਾਲਕੀ ਸਾਹਿਬ ਨੂੰ ਲਿਜਾਣ ਦੀ ਆਗਿਆ ਹੈ। ਇਹ ਚੀਜ਼ਾਂ ਬਿਲਕੁਲ ਹੀ ਫਿਲਟਰ ਦੇ ਟਰਾਂਸਪੇਰੈਂਟ ਮੈਨਰ ਦੇ ਨਾਲ ਸਿੱਖ ਵਸੋਂ ਨੂੰ ਜਿਹੜੇ ਚੇਤਿਆਂ ਦੇ ਵਿੱਚ ਜਿਹੜੀਆਂ ਹੈ ਲੈ ਕੇ ਲਿਆਂਦੀਆਂ ਚਾਹੀਦੀਆਂ ਨੇ। ਤੇ ਜਿਹੜੇ ਸਾਡੇ ਰਾਹਨੁਮਾ ਨੇ ਇਸ ਸੰਬੰਧ ਦੇ ਵਿੱਚ ਉਹਨਾਂ ਨੂੰ ਇਸ ਸੰਬੰਧ ਵਿੱਚ ਹੁਣ ਨਿੱਠ ਕੇ ਫਿਊਚਰ ਦੇ ਲਈ ਫੈਸਲਾ ਕਰ ਲੈਣਾ ਚਾਹੀਦਾ। ਇਸ ਨੂੰ ਇੱਕ ਸਿੰਗਲ ਐਬੀਰੇਸ਼ਨ ਸਮਝ ਕੇ ਵੀ ਇੱਕ ਤਰੀਕੇ ਨਾਲ ਉਤੇਜਨਾ ਦੇ ਵਿੱਚ ਕੋਈ ਗਲਤੀ ਹੋਈ ਸਮਝ ਕੇ ਇਸ ਨੂੰ ਜਿਹੜਾ ਹੈਗਾ ਉਹ ਲਿਆ ਜਾਵੇ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਬਿਲਕੁਲ ਸਪਸ਼ਟ ਹੋਈਏ ਕਿ ਕਿੱਥੇ ਇਹਦੀ ਆਗਿਆ ਹੈ ਤੇ ਕਿੱਥੇ ਇਹਦੀ ਆਗਿਆ ਬਿਲਕੁਲ ਨਹੀਂ ਹੈ। ਕਿਸੇ ਪ੍ਰਕਾਰ ਦੀ ਓਵਰਲੈਪਿੰਗ ਜਿਹੜੀ ਹੈ, ਕਿਸੇ ਨੂੰ ਕੋਈ ਭੁਲੇਖਾ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਉਣ ਤੇ ਸੰਵੇਦਨਸ਼ੀਲਤਾ ਨੂੰ ਟੱਚ ਕਰਨ। ਸੁਰਿੰਦਰ ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਅੱਜ ਇਸੇ ਵਜ੍ਹਾ ਨਾਲ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ, ਅਕਾਲ ਤਖਤ ਦੇ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ, ਉਹਨਾਂ ਨੇ
ਵਾਕਈ ਇੱਕ ਸਬ ਕਮੇਟੀ ਬਿਠਾ ਦਿੱਤੀ ਗਈ ਹੈ 15 ਦਿਨ ਦੇ ਅੰਦਰ ਅੰਦਰ ਉਹ ਰਿਪੋਰਟ ਵੀ ਦੇਗੀ ਇਸੇ ਮੁੱਦੇ ਤੇ ਦੇਗੀ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਉਹ ਕਿੱਥੇ ਲੈ ਕੇ ਜਾਣਾ ਚਾਹੀਦਾ, ਕੀ ਇਹੋ ਜਿਹੇ ਮਾਹੌਲ ਦੇ ਵਿੱਚ ਲੈ ਕੇ ਜਾਣਾ ਜਾਇਜ਼ ਵੀ ਹੈ ਕਿ ਨਹੀਂ। ਇਸ ਤੇ ਸਾਰੀ 15 ਦਿਨ ਦੇ ਅੰਦਰ ਅੰਦਰ ਉਹਨਾਂ ਨੇ ਕਿਹਾ ਵੀ ਹੈ ਕਿ ਰਿਪੋਰਟ ਪੇਸ਼ ਕੀਤੀ ਜਾਏ। ਪਰ ਇੱਕ ਪਾਸੇ ਅੰਮ੍ਰਿਤਪਾਲ ਦੀ ਜੇ ਗੱਲ ਕਰੀਏ ਸਮਝ ਇਹ ਨਹੀਂ ਆਉਂਦਾ, ਕਿਉਂਕਿ ਜਦੋਂ ਹੁਣ ਅੰਮ੍ਰਿਤਪਾਲ ਤੁਸੀਂ ਵੀ ਦੇਖਿਆ ਹੋਣਾ ਉਹਦੀ ਗੱਡੀ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ, ਉਹਦੀ ਗੱਡੀ ਦੇ ਨੰਬਰ ਨੂੰ ਲੈ ਕੇ ਉਹ ਜੋੜਿਆ ਜਾ ਰਿਹਾ ਜੀ ਉਹ ਬੀਜੇਪੀ ਨਾਲ ਰਿਲੇਟਡ ਹੈ। ਅੰਮ੍ਰਿਤਪਾਲ ਉਹ ਵਿਰੋਧੀ, ਇੱਕ ਪਾਸੇ ਉਹਨੂੰ ਬੀਜੇਪੀ ਦਾ ਬੰਦਾ ਕਹਿੰਦੇ ਨੇ, ਬੀਜੇਪੀ ਵਾਲੇ ਉਹਨੂੰ ਕਾਂਗਰਸ ਇਹਨਾਂ ਨਾਲ ਜੋੜ ਲੈਂਦੇ ਨੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਇਹ ਵਿਰੋਧੀ ਸਾਡੇ ਖਿਲਾਫ ਇਹਨੂੰ ਖੜਾ ਕਰ ਰਹੇ ਨੇ। ਤਾਂ ਆਖਰ ਅੰਮ੍ਰਿਤਪਾਲ ਤੁਹਾਡੇ ਹਿਸਾਬ ਨਾਲ ਅੰਮ੍ਰਿਤਪਾਲ ਹੈ ਕੌਣ? ਅੰਮ੍ਰਿਤਪਾਲ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਕਿਉਂਕਿ ਇਹ ਤਾਂ ਆਪਸ 'ਚ ਲੜੀ ਜਾ ਰਹੇ ਨੇ, ਬੀਜੇਪੀ ਵਾਲੇ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਅਕਾਲੀ ਦਲ ਆਪਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਆਪਣਾ ਪੱਲਾ ਝਾੜ ਲੈਂਦੇ ਨੇ। ਪਰ ਆਖਰ ਅੰਮ੍ਰਿਤਪਾਲ ਕੌਣ ਤੇ ਅੰਮ੍ਰਿਤਪਾਲ ਦੇ ਪਿੱਛੇ ਕਿਹਦਾ ਹੱਥ ਤੁਹਾਨੂੰ ਲੱਗਦਾ? ਦੇਖੋ ਇਹ ਜਿਹੜਾ ਨਾ ਕੇਂਦਰ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹ ਤਾਂ ਬਿਲਕੁਲ ਸਾਫ਼ ਤੇ ਉਹਨਾਂ ਨੂੰ ਬਿਲਕੁਲ ਤੱਥਗਤ ਜਾਣਕਾਰੀ ਹੋਏਗੀ ਕਿ ਇਸ ਪਾਰਟਿਕੂਲਰ ਵਿਅਕਤੀ ਦੀ ਕੀ ਬੈਕਗ੍ਰਾਉਂਡ ਆ ਤੇ ਇਹਦਾ ਕੀ ਮਨੋਰਥ ਆ। ਰॉ ਹੋਈ, NIA ਹੋਈ ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਜ਼ ਨੇ ਉਹਨਾਂ ਨੂੰ ਤਾਂ ਸਾਰਾ ਕੁਝ ਸਪਸ਼ਟ ਹੋਏਗਾ, ਜਿਹੜੀਆਂ ਹਿੰਦੁਸਤਾਨ ਦੀਆਂ ਖੂਫੀਆ ਇੰਟੈਲੀਜੈਂਸ ਏਜੰਸੀਜ਼ ਨੇ। ਹੁਣ ਜਿਸ ਰੂਪ ਦੇ ਵਿੱਚ ਪੰਜਾਬ ਦੇ ਵਿੱਚੋਂ ਸਾਹਮਣੇ ਆ ਰਹੇ ਆ, ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਹੈੱਡ ਕਰ ਰਹੇ ਨੇ, ਤਾਂ ਇਸ ਰੂਪ ਦੇ ਵਿੱਚ ਤਾਂ ਉਹਨਾਂ ਦਾ ਇਹ ਰੂਪ ਸਾਹਮਣੇ ਆ ਰਿਹਾ ਕਿ ਉਹ ਪੰਜਾਬ ਦੇ ਵਿਰਾਸਤ ਨੂੰ, ਪੰਜਾਬ ਦੇ ਜਿਹੜੀ ਅਣਖ ਨੂੰ, ਪੰਜਾਬ ਦੀ ਜਿਹੜੀ ਇੱਕ ਤਰੀਕੇ ਨਾਲ ਵਿਕਾਸ ਨੂੰ ਅੱਗੇ ਲੈ ਕੇ ਜਾਣ ਦੇ ਲਈ, ਸਿੱਖ ਸੰਵੇਦਨਾ ਨੂੰ ਅੱਗੇ ਤੋਰਨ ਦੇ ਲਈ ਉਹ ਜਿਹੜਾ ਹੈਗਾ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈਗਾ ਉਹ ਸਮਰਪਿਤ ਕੀਤਾ ਹੈ ਵਾਰਿਸ ਪੰਜਾਬ ਦੇ ਲਈ। ਤੋਂ ਪੰਜਾਬ ਦੀ ਜਿਹੜੀ ਅਣਖ ਆ, ਪੰਜਾਬ ਦੇ ਜਿਹੜੇ ਸੁਪਨੇ ਨੇ, ਪੰਜਾਬ ਦੀਆਂ ਜਿਹੜੀਆਂ ਆਕਾਂਖਿਆਵਾਂ ਨੇ, ਪੰਜਾਬ ਦਾ ਜਿਹੜਾ ਭਵਿੱਖ ਹੈ ਉਸ ਨੂੰ ਸਿਕਿਉਰ ਕਰਨ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਹੈੱਡ ਕਰ ਰਹੇ ਨੇ। ਲੇਕਿਨ ਕੀ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਹੋਰ ਹਿਡਨ ਏਜੰਡਾ ਜਾਂ ਕੋਈ ਹਿਡਨ ਮਨੋਰਥ ਆ? ਉਹ ਇਹ ਹੋ ਨਹੀਂ ਸਕਦਾ ਕਿ ਹਿੰਦੁਸਤਾਨ ਦੀਆਂ ਜਿਹੜੀਆਂ ਖੂਫੀਆ ਏਜੰਸੀਜ਼ ਨੇ ਉਹਨਾਂ ਨੂੰ ਕੋਈ ਜਾਣਕਾਰੀ ਨਾ ਹੋਵੇ। ਉਹਦੇ ਵਿੱਚ ਕਿਹੜੀ ਪੋਲੀਟੀਕਲ ਪਾਰਟੀ ਦਾ ਕਿੰਨਾ ਹੱਥ ਆ, ਇਹ ਆਮ ਬੰਦੇ ਦੇ ਲਈ ਜਾਂ ਤੁਹਾਡੇ ਮੇਰੇ ਲਈ ਇਹ ਸ਼ਾਇਦ ਸੌਖਾ ਨਾ ਹੋਵੇ ਇਸ ਨੂੰ ਆਰੋਪ ਲਗਾਉਣਾ ਜਾਂ ਇਸ ਦੀ ਤਹਿ ਤੱਕ ਜਾਣਾ। ਉਹ ਇੰਟੈਲੀਜੈਂਸ ਏਜੰਸੀਆਂ ਦੇ ਕੋਲੇ ਸਾਰੀ ਫਿਲਟਰਡ ਔਰ ਸਾਫ਼ ਸੁਥਰੀ ਇਨਫੋਰਮੇਸ਼ਨ ਇਸ ਸੰਬੰਧ ਦੇ ਵਿੱਚ ਹੋਏਗੀ। ਗੇਮ ਪਲਾਨ ਕੀ ਹੈ ਇਹ ਵੀ ਉਹਨਾਂ ਨੂੰ ਪਤਾ ਹੋਏਗਾ, ਲੇਕਿਨ ਉਹਦੇ ਵਿੱਚ ਪੰਜਾਬ ਦਾ ਭਵਿੱਖ ਕਿੰਨਾ ਕੁ ਸੰਵਰਦਾ ਉਸ ਪ੍ਰਕਿਰਿਆ ਦੇ ਵਿੱਚ, ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੋਏਗੀ। ਪਰ ਪ੍ਰੋਫੈਸਰ ਸਾਹਿਬ ਇੱਥੇ ਇੱਕ ਚੀਜ਼ ਮੰਨਣ, ਜਿਸ ਚੀਜ਼ ਦਾ ਮੈਂ ਪੰਜਾਬੀ ਹਾਂ, ਮੈਂ ਮੈਨੂੰ ਆਮ ਬੰਦਾ, ਮੈਂ ਨਾ ਮੈਨੂੰ ਵਿਜੀਲੈਂਸ ਵਾਲਾ ਕੋਈ ਜਾਣਦਾ ਤੇ ਨਾ ਮੈਨੂੰ ਕੋਈ CBI ਵਾਲਾ ਜਾਣਦਾ, ਮੈਨੂੰ ਕੋਈ ਇੰਟੈਲੀਜੈਂਸ ਵਾਲਾ ਨਹੀਂ ਜਾਣਦਾ, ਮੈਂ ਖਬਰਾਂ ਨਾਲ ਮੁਖਾਤਬ ਹੋਣਾ ਜਾਂ ਮੈਂ ਸੋਸ਼ਲ ਮੀਡੀਆ ਤੇ ਰਹਿਣਾ, ਮੈਂ ਉਸੇ ਦਾ ਹੀ ਜ਼ਿਕਰ ਹੋਣੇ ਕੀਤਾ ਕਿ ਆਮ ਬੰਦੇ ਨੂੰ ਕਦੀ ਉਹ ਹਲੇ ਇਸੇ ਭਾਂਬੜ ਪੁੱਸੇ 'ਚ ਹੈ। ਇੱਕ ਪਾਸੇ ਇਹ ਆਂਦਾ ਕਿ ਹਾਂਜੀ ਇੰਟੈਲੀਜੈਂਸ ਰਿਪੋਰਟ ਆਈ ਹੈ, ਟੌਪ ਇੰਟੈਲੀਜੈਂਸ ਰਿਪੋਰਟ ਨੇ ਇਹ ਕਹਿ ਦਿੱਤਾ ਹੈ ਕਿ ISI ਫੰਡਿੰਗ ਕਰ ਰਿਹਾ ਹੈ, ਅੰਮ੍ਰਿਤਪਾਲ ਨੂੰ ਕਰ ਰਿਹਾ ਹੈ। ਜੇ ਕੇਂਦਰ ਸਰਕਾਰ ਐਡਾ ਵੱਡਾ ਆਰੋਪ ਲਾਉਂਦੀ ਹੈ ਤਾਂ ਫਿਰ ਕੇਂਦਰ ਸਰਕਾਰ ਕਿਉਂ ਉਡੀਕ ਰਹੀ ਹੈ ਵੀ ਹਾਲੇ ਤੱਕ ਕਾਰਵਾਈ ਨਹੀਂ ਹੋਈ? ਕਿਉਂ ਕੇਂਦਰ ਸਰਕਾਰ ਹਾਲੇ ਤੱਕ ਅੰਮ੍ਰਿਤਪਾਲ ਤੇ ਕੋਈ ਐਕਸ਼ਨ ਨਹੀਂ ਲੈ ਰਹੀ? ਜੇ ਮੰਨ ਲਓ ਅਗਰ ਉਹਨਾਂ ਦੀ ਤੱਥ ਕੀਤਾ ਜਾਏ ਤਾਂ ਫਿਰ ਇਹਦਾ ਮਤਲਬ ਜਿਹੜੀ ਉਹ ਬਿਆਨਬਾਜ਼ੀ, ਜਿਹੜੇ ਤੁਸੀਂ ਉਹ ਤੱਥ ਪੇਸ਼ ਕਰਦੇ ਹੋ ਆਮ ਬੰਦਾ ਤਾਂ ਇਹੀ ਸੋਚੇਗਾ ਨਾ ਫਿਰ ਕਿ ਕੇਂਦਰ ਸਰਕਾਰ ਕਹਿ ਵੀ ਰਹੀ ਹੈ ਕਿ ਇਹਨੂੰ ਫੰਡਿੰਗ ਹੋ ਰਹੀ ਹੈ। ਕੇਂਦਰ ਸਰਕਾਰ ਇਹ ਵੀ ਕਹਿੰਦੀ ਹੈ ਕਿ ਇਹ ਯੁਵਾ ਜਿਹੜੇ ਬਾਹਰ ਬੈਠੇ ਨੇ, ਕੈਨੇਡਾ, US, UK ਹੋਰ ਕੰਟਰੀਆਂ ਦੇ ਵਿੱਚ, ਉੱਥੇ 25 ਸਾਲ ਤੱਕ ਜਿਹੜੇ ਮੁੰਡੇ ਨੇ ਉਹਨਾਂ ਨੂੰ ਬਰਗਲਾਇਆ ਜਾ ਰਿਹਾ, ਸੋਸ਼ਲ ਮੀਡੀਆ ਤੇ ਐਕਟਿਵ ਹੋ ਰਹੇ ਨੇ, ਉੱਥੋਂ ਪੈਸਾ ਆ ਰਿਹਾ ਅੰਮ੍ਰਿਤਪਾਲ ਨੂੰ। ਇਹ ਸਾਰੀਆਂ ਚੀਜ਼ਾਂ ਇਹ ਕੇਂਦਰ ਸਰਕਾਰ ਕਹਿੰਦੀ ਹੈ। ਇੱਥੇ ਦੀ ਗੱਲ ਕਰੀਏ ਤਾਂ DGP ਸਾਹਿਬ ਕਹਿ ਦਿੰਦੇ ਨੇ, ਉੱਥੇ ਸੂਬਾ ਸਰਕਾਰ ਕਹਿੰਦੀ ਹੈ ਜੀ ਬਿਲਕੁਲ ਠੀਕ ਹੈ ਜੀ, ਅਸੀਂ CCTV ਦੇਖਿਆ ਜੀ, ਅਸੀਂ ਸਾਰੀ ਫੁਟੇਜ ਦੇਖਾਂਗੇ, ਅਸੀਂ ਜ਼ਰੂਰ ਕਾਰਵਾਈ ਕਰਾਂਗੇ ਭਾਵੇਂ ਉਹ ਕੋਈ ਵੀ ਹੋਵੇ, ਕਿਉਂਕਿ ਗਲਤ ਹੋਇਆ। ਪਾਲਕੀ ਸਾਹਿਬ, ਮੈਂ ਇਹ ਸਮਝਦਾ ਜਿੱਥੇ ਆਪਾਂ ਪਾਲਕੀ ਸਾਹਿਬ ਲੈ ਕੇ ਜਾਂਦੇ ਉਹਨੂੰ ਨਗਰ ਕੀਰਤਨ ਕਹੀਦਾ, ਤੇ ਨਗਰ ਕੀਰਤਨ ਦੇ ਵਿੱਚ ਮੈਂ ਲੰਗਰ ਲੱਗਦੇ ਦੇਖੇ ਨੇ, ਨਗਰ ਕੀਰਤਨ ਦੇ ਵਿੱਚ ਮੈਂ ਨਾਮ ਜਪਦੇ ਹੋਏ ਦੇਖੇ ਨੇ। ਆਮ ਬੰਦਾ ਉੱਥੇ ਸ਼ਮੂਲੀਅਤ ਕਰਦਾ ਹੈ, ਨਗਰ ਕੀਰਤਨ ਦੇ ਵਿੱਚ ਲੋਕਾਂ ਨੂੰ ਚਾਅ ਹੁੰਦਾ ਹੈ। ਨਗਰ ਕੀਰਤਨ ਦੇ ਵਿੱਚ ਕਦੀ ਇਸ ਤਰੀਕੇ ਨਾਲ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ ਕਿ ਨਗਰ ਕੀਰਤਨ, ਕਿਉਂਕਿ ਪਾਲਕੀ ਸਾਹਿਬ ਹੈ, ਸਾਰੀ ਉਹਦੀ ਮਰਿਆਦਾ ਰੱਖਦੇ ਨੇ ਤੇ ਸਾਰੀ ਸੇਵਾ ਭਾਵ ਨਾਲ ਉੱਥੇ ਜਾਂਦੇ ਨੇ ਤੇ ਕਿਸੇ ਦੇ ਸਿਰ ਨਹੀਂ ਪਾੜੇ ਜਾਂਦੇ। ਇਹ ਬਿਲਕੁਲ ਗੱਲ ਵਾਜਬ ਹੈ। ਪਰ ਫਿਰ ਉਹ ਗੱਲ ਉੱਥੇ ਆਉਂਦੀ ਹੈ ਕਿ ਅੰਮ੍ਰਿਤਪਾਲ ਫਿਰ ਕੌਣ ਹੈ?
ਕੇਂਦਰ ਸਰਕਾਰ ਆਰੋਪ ਲਾ ਦਿੰਦੀ ਹੈ, ਸੂਬਾ ਸਰਕਾਰ ਆਰੋਪ ਲਾ ਦਿੰਦੀ ਹੈ। ਕਾਰਵਾਈ ਨਾ ਸੂਬਾ ਸਰਕਾਰ ਕਰ ਰਹੀ ਹੈ ਤੇ ਨਾ ਕੇਂਦਰ ਸਰਕਾਰ ਕਰ ਰਹੀ ਹੈ। ਸੁੰਦਰ ਸਿੰਘ ਜੀ, ਇਹਦੇ ਵਿੱਚ ਦੋ ਗੱਲਾਂ ਨੇ ਕਿ ਜਿਸ ਤਰ੍ਹਾਂ ਕੇਂਦਰ ਦੀਆਂ ਇੰਟੈਲੀਜੈਂਸ ਏਜੰਸੀਜ਼ ਕਹਿ ਰਹੇ ਆ ਕਿ ISI ਦਾ ਬੰਦਾ ਹੈ ਇਹ। ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਉਹਨਾਂ ਦੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਨੇ, ਜਾਂ ਜਿਹੜੀ ਰਾਜ ਦੀ ਸਰਕਾਰ ਆ ਉਸ ਨੂੰ ਜਿਹੜਾ ਹੈਗਾ ਸਨੱਬ ਕਰਨ ਲਈ, ਸਬਵਰਟ ਕਰਨ ਲਈ ਜਾਂ ਆਰੋਪ ਲਗਾਉਣ ਦੇ ਲਈ ਕਹੇ ਜਾ ਰਹੇ ਹਨ, ਜਾਂ ਵੀ ISI ਦੇ ਮੁੱਢਲੇ ਇਹਨਾਂ ਦੇ ਕੋਲ ਸਬੂਤ ਹੈਗੇ ਆ ਲੇਕਿਨ ਅਜੇ ਸਫੀਸ਼ੀਐਂਟ ਜਿਹੜਾ ਹੈ ਕਲੈਕਸ਼ਨ ਆਫ ਐਵੀਡੈਂਸ ਇਹਨਾਂ ਕੋਲ ਨਹੀਂ ਹੈ ਜਿਹੜਾ ਕਾਰਵਾਈ ਦੇ ਲਈ ਲੋੜੀਂਦਾ ਹੁੰਦਾ। ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਜੇ IS ਦਾ ਇਹਨਾਂ ਦੇ ਕੋਲ ਪ੍ਰਾਇਮਰੀ ਐਵੀਡੈਂਸ ਵੀ ਹੈਗਾ, ਮੰਨ ਲਓ, ਕਿ ਕੀ ਇਸ ਨੂੰ ਤੁਸੀਂ ਰੈਡੀਕਲਿਜ਼ਮ ਦੇ ਨਾਲ ਜੋੜੋਗੇ। ਜੇ ਰੈਡੀਕਲਿਜ਼ਮ ਦੇ ਨਾਲ ਜੋੜਾਂਗੇ ਤਾਂ ਫਿਰ ਜਿਹੜਾ ਹੈਗਾ ਤਾਂ ਸੀਰੀਅਸ ਜਿਹੜੀਆਂ ਧਾਰਾਵਾਂ ਨੇ IPC ਦੀਆਂ, ਸੈਡੀਸ਼ਨ ਦੀਆਂ ਜਾਂ ਯੂਆਪਾ ਦੀਆਂ, ਉਹ ਇਹਨਾਂ ਦੇ ਉੱਤੇ ਇੰਪੋਜ਼ ਹੋਣਗੀਆਂ ਤੇ NIA ਜਿਹੜੀ ਹੈਗੀ ਆ ਉਹ ਪਿਕਚਰ ਦੇ ਵਿੱਚ ਆ ਸਕਦੀ ਹੈ ਇਸ ਦੇ ਵਿੱਚ, ਅਗਰ ISI ਇਨਵੋਲਵਡ ਆ। ਅਗਰ ਸਿਰਫ ਇਹ ਰਾਜ ਸਰਕਾਰਾਂ ਦੇ ਲਈ, ਉਹਨਾਂ ਨੂੰ ਦਬਾਉਣ ਦੇ ਲਈ, ਆਰੋਪ ਲਗਾਉਣ ਦੇ ਲਈ ਇਹ ਇੱਕ ਤਰੀਕੇ ਦਾ ਆਪਾਂ ਨੇ ਇੱਕ ਸਾਧਨ ਜੁਟਾ ਲਿਆ, ਕੋਈ ਚੀਜ਼ ਜਿਹਦਾ ਕੋਈ ਆਧਾਰ ਨਹੀਂ ਮਿਲਦਾ ਉਹਨੂੰ ਅਸੀਂ ਪਾਕਿਸਤਾਨ ਦੇ ਨਾਲ ਜੋੜ ਦਿੰਦੇ ਆ, ਤੇ ਜੇ ਕੇਵਲ ਇਸ ਤਰ੍ਹਾਂ ਦੀ ਗੱਲ ਹੈਗੀ ਆ ਫਿਰ ਇਸ ਨੂੰ ਜਿਹੜਾ ਹੈਗਾ ਥੋੜੀ ਗੰਭੀਰਤਾ ਦੇ ਨਾਲ ਦੇਖਣਾ ਪਏਗਾ ਕਿ ਜਿਹੜਾ ਪੰਜਾਬ ਦਾ ਜਨਰਲ ਅਨਰੈਸਟ ਹੈਗਾ ਉਹ ਇੱਕ ਧਾਰਮਿਕ ਸੰਵੇਦਨਾ ਦੇ ਰੂਪ ਦੇ ਵਿੱਚ ਫੁੱਟ ਰਿਹਾ। ਉਹ ਭਾਈ ਅਮਰਤਪਾਲ ਸਿੰਘ ਜੀ ਜੇ ਮੰਨ ਲਓ ਨਾ ਹੁੰਦੇ ਪਿਕਚਰ 'ਚ, ਕੋਈ ਹੋਰ ਬੰਦਾ ਹੁੰਦਾ। ਕੁਐਸਚਨ ਇਹ ਹੈਗਾ ਕਿ ਸਾਡੀ ਜਿਹੜੀ ਸੋਸ਼ਲ ਅਨਰੈਸਟ ਆ, ਇਕਨੋਮਿਕ ਅਨਰੈਸਟ ਆ ਜਾਂ ਧਾਰਮਿਕ ਅਨਰੈਸਟ ਆ, ਉਹ ਮੈਨੀਫੈਸਟ ਕਿਸ ਤਰ੍ਹਾਂ ਹੋਏਗੀ। ਜਿਹੜਾ ਵੀ ਉਸ ਨੂੰ ਰੂਪ ਮਿਲੇਗਾ, ਜਿਹੜਾ ਵੀ ਉਹਨੂੰ ਲੀਡ ਕਰ ਦੇਗਾ, ਉਸ ਦੇ ਨਾਲ ਉਸਨੇ ਜੁੜ ਜਾਣਾ। ਔਰ ਇਹ ਜਿਹੜੀ ਹੈਗੀ ਆ ਇਹ ਅੱਗੇ ਜਾ ਕੇ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹਦੇ ਲਈ ਇੱਕ ਕੁਐਸਚਨ ਮਾਰਕ ਜਿਹੜਾ ਹੈ ਉਹ ਬਣ ਸਕਦੀ ਹੈ। ਤੋ ਕੁਐਸਚਨ ਜਿਹੜਾ ਹੈਗਾ ਉਹ ਸਾਡੀ ਅਨਰੈਸਟ ਦਾ ਵੀ ਨਾਲ ਆ। ਜੇ ਪਾਕਿਸਤਾਨ ਮੌਕਾ ਲੈਂਦਾ ਇਸ ਗੱਲ ਦਾ ਤਾਂ ਉਹ ਇਸ ਕਰਕੇ ਲੈਂਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਮੌਕੇ ਨਹੀਂ ਹੈ ਤੇ ਅਨਰੈਸਟ ਇੱਕ ਅਨਬੀਅਰੇਬਲ ਰੂਪ ਚ ਵੱਧ ਗਈ ਹੈ, ਹੁਣ ਸਾਨੂੰ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ। ਇਸੇ ਕਰਕੇ ਜਿਹੜਾ ਹੈਗਾ ਕੋਈ ਨਾ ਕੋਈ ਬੰਦਾ ਉਹਨਾਂ ਦਾ ਇੰਸਟਰੂਮੈਂਟ ਬਣ ਸਕਦਾ। ਅਗਰ ਆਪਾਂ ਇਹ ਮੰਨ ਵੀ ਲਈਏ 1 ਮਿੰਟ ਦੇ ਲਈ ਕਿ IS ਦਾ ਇਹਦੇ ਵਿੱਚ ਰੋਲ ਹੈਗਾ, ਪਰ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਸਾਡੇ ਵਿੱਚ ਅਨਰੈਸਟ ਨਾ ਹੋਵੇ, ਯੂਥ ਦੇ ਵਿੱਚ ਅਨਰੈਸਟ ਨਾ ਹੋਵੇ, ਫਿਰ ਉਹਨਾਂ ਨੂੰ ਸਕੋਪ ਔਰ ਇੰਸਟਰੂਮੈਂਟ ਕਿੱਥੋਂ ਮਿਲੂਗਾ। ਤੋ ਇਸ ਕਰਕੇ ਜਿਹੜਾ ਹੈਗਾ ਸਾਡਾ ਮਾਹੌਲ ਉਹਨਾਂ ਨੂੰ ਇੱਕ ਮੌਕਾ ਦਿੰਦਾ ਤੇ ਉਹ ਉਸ ਮੌਕੇ ਨੂੰ ਆਪਣਾ ਜਿਹੜਾ ਹੈ ਸਾਧਨ ਬਣਾਉਂਦੇ ਆ। ਤੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਪ੍ਰੋਫੈਸਰ ਸਾਹਿਬ ਇਹ ਮਾਹੌਲ ਬਣਾਇਆ ਤਾਂ ਨਹੀਂ ਜਾ ਰਿਹਾ ਕਿਤੇ, ਕਿਉਂਕਿ ਗੱਲ ਹੋਈ ਹੈ ਕਿ ਕੇਂਦਰ ਸਰਕਾਰ ਇਸ ਲਈ ਆਮ ਪੰਜਾਬ 'ਚ ਜਿਹੜਾ ਪੰਜਾਬੀ ਬੈਠਾ ਉਹਨੂੰ ਇਹ ਦਿਖਾ ਦਿੱਤਾ ਜਾਏ, ਦੇਖੋ ਜੀ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ, ਉਹਨਾਂ ਦੇ ਦਿਮਾਗ 'ਚ ਇਹ ਆ ਗਿਆ ਕਿ ਹਾਂ ਪੰਜਾਬ ਸਰਕਾਰ ਨਹੀਂ ਕਾਰਵਾਈ ਕਰ ਰਹੀ, ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਕੱਲ ਨੂੰ ਕੁਛ ਅਗਰ ਅਸੀਂ ਫਿਰ ਉਹ ਸੰਤਾਪ ਜਿਹੜਾ ਅਸੀਂ ਹੰਡਾ ਚੁੱਕੇ ਹਾਂ ਉਸ ਪਾਸੇ ਧਕੇਲ ਲਈਏ ਤਾਂ ਕਿ ਕੇਂਦਰ ਸਰਕਾਰ ਕਹੇਗੀ ਅਸੀਂ ਤਾਂ ਆਗਾਹ ਕੀਤਾ ਸੀ। ਇਹ ਸਿਆਸਤ ਨਹੀਂ ਹੋ ਰਹੀ ਤੁਹਾਨੂੰ ਲੱਗਦਾ? ਦੋ ਇਸ਼ੂ ਦੇਖੋ, ਦੋ ਇਸ਼ੂ ਰਾਜ ਸਰਕਾਰ ਨੂੰ ਅਨਸਟੇਬਲ ਕਰਨ ਦੇ ਲਈ ਜਾਂ ਉਹਨਾਂ ਦੀ ਚੁਣੌਤੀਆਂ ਬਣੀਆਂ ਰਹੇ ਆ, ਉਹ ਪਿਛਲੇ 10-12 ਸਾਲ ਤੋਂ ਹੀ ਬਣੇ ਰਹੇ ਆ, ਉਹ ਕੇਵਲ ਇਹ ਸਰਕਾਰ ਵੇਲੇ ਨਹੀਂ ਹੈ। ਇੱਕ ਹੈਗਾ ਸੀ ਨਸ਼ੇ ਦੇ ਮਾਧਿਅਮ ਦੇ ਰਾਹੀਂ ਰਾਜ ਸਰਕਾਰਾਂ ਨੂੰ ਅਨਸਟੇਬਲ ਕਰਨਾ। ਦੂਜਾ ਮੁੱਦਾ ਸੀਗਾ ਕਿ ਜਿਹੜਾ ਧਾਰਮਿਕ ਸੰਵੇਦਨਾ ਦੇ ਰੂਪ ਦੇ ਵਿੱਚ ਰਾਜ ਸਰਕਾਰਾਂ ਦੇ ਉੱਤੇ ਜਿਹੜੀ ਆਰੋਪ ਪ੍ਰਤੀਰੋਪ ਵਗੈਰਾ ਲਗਾ ਕੇ ਇਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈਗਾ ਇਹ ਬਾਖੂਬੀ ਢੰਗ ਦੇ ਨਾਲ ਨਿਭਾਇਆ ਨਹੀਂ ਜਾ ਰਿਹਾ। ਚਾਹੇ ਉਹ ਇੰਡੀਵਿਜੂਅਲ ਕਿਲਿੰਗਸ ਨੇ, ਚਾਹੇ ਗੈਂਗਸਟਰਿਜ਼ਮ ਦੇ ਥਰੂ ਜਿਹੜਾ ਹੈਗਾ ਲਾਅ ਐਂਡ ਆਰਡਰ ਅੰਡਰ ਕੁਐਸਚਨ ਆਇਆ ਹੋਇਆ, ਚਾਹੇ ਧਾਰਮਿਕ ਖੇਤਰ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਅਸੀਂ ਸੰਭਾਲ ਨਹੀਂ ਪਾ ਰਹੇ, ਉਸ ਤਰੀਕੇ ਦੇ ਨਾਲ ਆਇਆ ਹੋਇਆ। ਕੁਐਸਚਨ ਇਹ ਹੈ ਵੀ ਇਹ ਕੋਈ ਇਸ ਸਰਕਾਰ ਵੇਲੇ ਨਹੀਂ ਹੈ, 10-12 ਸਾਲ ਦਾ ਹੀ ਅਨਰੈਸਟ ਆ ਪੰਜਾਬ ਦਾ। ਇਹਨੂੰ ਆਪਾਂ ਸਰਕਾਰਾਂ ਦੇ ਰੂਪ ਦੇ ਵਿੱਚ ਵੰਡ ਕੇ ਨਾ ਦੇਖੀਏ, ਸਗੋਂ ਇਸ ਨੂੰ ਇਸ ਤਰੀਕੇ ਨਾਲ ਦੇਖੀਏ ਕਿ ਵਿਭਿੰਨ ਸਰਕਾਰਾਂ ਨੇ ਆਉਣ ਵਾਲੇ ਸਮਿਆਂ ਦੇ ਵਿੱਚ ਪ੍ਰੋਪਰਲੀ ਪੰਜਾਬ ਦੇ ਯੂਥ ਨੂੰ, ਪੰਜਾਬ ਦੀ ਇਕਨੋਮੀ ਨੂੰ, ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਐਡਰੈਸ ਹੀ ਨਹੀਂ ਕੀਤਾ, ਪੰਜਾਬ ਦੇ ਭੂਗੋਲ ਨੂੰ ਪ੍ਰੋਪਰਲੀ ਐਡਰੈਸ ਨਹੀਂ ਕੀਤਾ। ਇਸ ਕਾਰਨ ਜਿਹੜਾ ਹੈਗਾ ਇਹ ਅਨਰੈਸਟ ਜਿਹੜਾ, ਹਾਲਾਂਕਿ ਸਾਡਾ ਪੰਜਾਬ ਬਹੁਤ ਮਾਈਗ੍ਰੇਟ ਹੋ ਰਿਹਾ, ਇਹਦੇ ਬਾਵਜੂਦ ਵੀ ਅਨਰੈਸਟ ਜਿਹੜੀ ਅਨਬੀਅਰੇਬਲ ਰੂਪ ਚ ਹੋ ਰਹੀ ਹੈ। ਇਹਦਾ ਧਾਰਮਿਕ ਤੌਰ ਦੇ ਉੱਤੇ ਵੀ ਗਲਤ ਤਰੀਕੇ ਨਾਲ ਲਾਹਾ ਲਿਆ ਜਾ ਸਕਦਾ, ਇਸ ਦਾ ਨਸ਼ਿਆਂ ਦੇ ਵਿੱਚ ਵੀ ਲਾਹਾ ਲਿਆ ਜਾ ਸਕਦਾ, ਇਸ ਦਾ ਹੋਰ ਖੇਤਰਾਂ ਦੇ ਵਿੱਚ ਵੀ ਲਾਹਾ ਲਿਆ ਜਾ ਸਕਦਾ। ਜੇ ਰੂਟ ਨੂੰ ਅਸੀਂ ਟ੍ਰੀਟ ਕਰਾਂਗੇ, ਦਰਖਤ ਫਿਰ ਜਿਹੜਾ ਹੈਗਾ ਆਪਣੇ ਆਪ ਹਰਾ ਭਰਾ ਹੋਏਗਾ। ਅਜੇ ਤੱਕ 15-20 ਸਾਲਾਂ ਦੇ ਵਿੱਚ ਸਮੱਸਿਆਵਾਂ ਕੰਪਲਿਕੇਟ ਹੋਈਆਂ ਨੇ, ਕਿਸੇ ਨੇ ਵੀ ਰੂਟ ਨੂੰ ਜਿਹੜਾ ਹੈਗਾ ਸਰਕਾਰ ਨੇ ਐਡਰੈਸ ਨਹੀਂ ਕੀਤਾ, ਟ੍ਰੀਟ ਨਹੀਂ ਕੀਤਾ। ਇਸ ਕਾਰਨ ਇਹ ਮਸਲੇ ਦਿਨ ਪ੍ਰਤੀ ਦਿਨ ਜਿਹੜੇ ਹੈਗੇ ਆ ਉਹ ਪੰਜਾਬ ਦੀ ਸ਼ਾਂਤੀ ਦੇ ਲਈ ਵੀ ਚੁਣੌਤੀ ਬਣਦੇ ਜਾ ਰਹੇ ਆ ਤੇ ਪੰਜਾਬ ਦੇ ਭਵਿੱਖ ਲਈ ਵੀ ਜਿਹੜੇ ਹੈਗੇ ਆ ਉਹ ਚੁਣੌਤੀ ਬਣਦੇ ਜਾ ਰਹੇ ਆ। ਸੁਰਿੰਦਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਜਿਹੜੇ ਮੁੱਦੇ ਤੁਸੀਂ ਕਹਿ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਸਰਕਾਰ ਵਾਕਈ ਸੰਜੀਦਗੀ ਨਾਲ ਬੇਰੋਜ਼ਗਾਰੀ, ਨਸ਼ਾ ਇਹਨਾਂ ਨੂੰ ਐਡਰੈਸ ਕਰ ਲੈਂਦੀ ਤਾਂ ਫਿਰ ਇਹ ਬੂਟਾ ਹਰਾ ਭਰਾ ਹੋ ਜਾਣਾ ਸੀ? ਤਾਂ ਫਿਰ ਇਹ ਸਿਆਸਤ ਕਿਵੇਂ ਖੇਡਦੇ? ਕਿਉਂਕਿ ਹੁਣ ਤੱਕ ਸਰਕਾਰਾਂ ਤਾਂ ਇਸੇ ਤਰੀਕੇ ਨਾਲ ਆਈਆਂ। ਪਿਛਲੇ 20 ਸਾਲ ਤੋਂ ਅਸੀਂ ਸੋਹਾਂ ਸੁਣਦੇ ਆ ਰਹੇ ਹਾਂ,
ਪਹਿਲਾਂ ਤਾਂ ਤੁਸੀਂ ਦੇਖੋ ਵੀ ਕੈਪਟਨ ਸਾਹਿਬ ਬਣਾ ਦਿੱਤੇ, ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਪੰਜਾਬੀਆਂ ਨੇ ਕਿਹਾ ਬਿਲਕੁਲ ਜੀ ਆ ਲਓ ਤੁਹਾਨੂੰ ਰਾਜ ਦੇ ਦਿੱਤਾ। ਕੈਪਟਨ ਸਾਹਿਬ ਗਏ ਤਾਂ ਹੁਣ ਇਹਨਾਂ ਨੇ ਵੀ ਸਰਕਾਰ ਜੇ ਬਣੀ ਹੈ ਇਹ ਉਸੇ ਮੁੱਦਿਆਂ ਤੇ ਹੀ ਬਣੀ ਹੈ, ਨਸ਼ੇ ਨੂੰ ਲੈ ਕੇ ਜੀ ਅਸੀਂ ਨਸ਼ੇ ਖਤਮ ਕਰ ਦਾਂਗੇ, ਮਾਫੀਆ ਰੇਤ ਮਾਫੀਆ ਕੇਬਲ ਮਾਫੀਆ ਖਤਮ ਕਰ ਦਾਂਗੇ, ਉਸੇ ਨੂੰ ਲੈ ਕੇ ਫਿਰ ਪੰਜਾਬੀਆਂ ਨੇ, ਕਿਉਂਕਿ ਪੰਜਾਬੀ ਹਮੇਸ਼ਾ ਦਿਲੋਂ ਸੋਚਦਾ, ਪੰਜਾਬੀਆਂ ਨੂੰ ਇਹ ਲੱਗਦਾ ਕਿ ਸ਼ਾਇਦ ਇੱਥੋਂ ਸੁਧਾਰ ਹੋ ਜਾਊਗਾ, ਕਿਉਂਕਿ ਅਸੀਂ 20 ਸਾਲਾਂ ਤੋਂ 25 ਸਾਲਾਂ ਤੋਂ ਸ਼ਾਇਦ ਇਹੀ ਸੁਣਦੇ ਆ ਰਹੇ ਹਾਂ, ਪਲਟੀਆਂ ਵੀ ਮਾਰਦੇ ਰਹੇ, ਤੇਰੀ ਵਾਰੀ ਮੇਰੀ ਵਾਰੀ, ਇਹਨਾਂ ਵਾਸਤੇ ਤਾਂ ਇਹ ਰਹਿੰਦੀ ਰਹੀ। ਪਰ ਉਹ ਪੰਜਾਬ ਦਾ ਵਿੱਚ ਕੀ ਸੀ, ਪੰਜਾਬ ਦਾ ਤਾਂ ਮਕਸਦ ਇਹ ਸੀ ਕਿ ਸਾਨੂੰ ਸ਼ਾਇਦ ਕੋਈ ਸਰਕਾਰ ਮਿਲ ਜੂ ਜਿਹੜੀ ਆਹ ਮੁੱਦੇ ਜਿਹੜੇ ਤੁਸੀਂ ਕਹਿ ਰਹੇ ਹੋ ਇਹ ਮੁੱਦੇ ਐਡਰੈਸ ਹੋ ਜਾਣਗੇ। ਇਹ ਮੁੱਦੇ ਇਸ ਸਰਕਾਰ 'ਚ ਵੀ ਐਡਰੈਸ ਨਹੀਂ ਹੋਣਗੇ ਅੰਟਿਲ ਔਰ ਅਨਲੈਸ ਜਿੰਨੀ ਦੇਰ ਤੱਕ ਅਸੀਂ ਫਰੀਬੀਜ਼ ਦੇ ਚੱਕਰ 'ਚੋਂ ਬਾਹਰ ਨਹੀਂ ਆਉਂਦੇ, ਸਬਸਿਡੀਜ਼ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਆਉਂਦੇ, ਸਟੇਟ ਖਜ਼ਾਨਾ ਚੰਗੀ ਤਰ੍ਹਾਂ ਭਰਦੇ ਨਹੀਂ, ਇਹਦੇ ਵਿੱਚ ਲੋਕਾਂ ਦਾ ਵੀ ਰੋਲ ਆ। ਲੋਕਾਂ ਨੂੰ ਵੀ ਹੁਣ ਸੌਖਾ ਜਾ ਰਿਹਾ ਪੁਰਾਣੀਆਂ ਸਰਕਾਰਾਂ ਵੇਲੇ ਮਿਲ ਗਿਆ, ਲੋਕਾਂ ਨੂੰ ਜਿਹੜਾ ਹੈ ਹਰ ਸਹੂਲਤ ਜਿਹੜੀ ਹੈ ਰੋਟੀ ਪਾਣੀ ਹਰ ਚੀਜ਼ ਤੋਂ ਲੈ ਕੇ ਘਰੇ ਅਵੇਲੇਬਲ ਹੁੰਦੀ ਆ, ਇਸ ਕਰਕੇ ਉਹ ਕਿਰਤ ਕਰਨਾ ਹੀ ਛੱਡ ਗਏ ਆ, ਲੇਬਰ ਕਰਨਾ ਹੀ ਛੱਡ ਗਏ ਆ। ਇਸ ਕਾਰਨ ਜਿਹੜਾ ਹੈਗਾ ਉਹਨਾਂ ਦੀ ਕੋਈ ਇੰਪਲਾਇਮੈਂਟ ਦਾ ਸਕੋਪ ਉਹਨਾਂ ਨੇ ਆਪੇ ਵਿਡਰਾਅ ਕਰ ਲਿਆ ਕਿ ਸਰਕਾਰ ਨੇ ਦਾਲ ਚੀਨੀ ਜਿਹੜਾ ਹੈਗਾ ਆਟਾ ਹਰ ਚੀਜ਼ ਸਾਨੂੰ ਮੁਹੱਈਆ ਕਰਨੀ ਹੈ, ਇਸ ਕਰਕੇ ਸਾਨੂੰ ਕਰਨਾ ਕੀ ਹੈ ਕੰਮ ਕਰਕੇ। ਦੂਜੀ ਗੱਲ ਇਹ ਫਰੀਵੀਜ਼ ਬੰਦ ਕਰਨ, ਲੋਕ ਖੁਦ ਵੋਟ ਰਹੇ ਕਹੇ ਕਿ ਸਾਨੂੰ ਕੋਈ ਫਰੀਵੀਜ਼ ਨਹੀਂ ਚਾਹੀਦੀਆਂ, ਅਸੀਂ ਕੰਮ ਕਰਕੇ ਆਪਣਾ ਸਾਰਾ ਕੁਝ ਕਮਾਵਾਂਗੇ, ਇਸ ਲੈਵਲ ਦੇ ਉੱਤੇ ਲੋਕ ਵੀ ਆਣ। ਦੂਜੀ ਗੱਲ ਸਰਕਾਰ ਜਿਹੜੀ ਹੈਗੀ ਆ ਉਹ ਫਰੀਵੀਜ਼ ਨੂੰ ਛੱਡੇ, ਸਬਸਿਡੀ ਨੂੰ ਛੱਡੇ ਤੇ ਜਿਹੜਾ ਪੈਸਾ ਟ੍ਰੈਜਰੀ ਦੇ ਵਿੱਚ ਆਉਂਦਾ ਉਹ ਪ੍ਰੋਪਰਲੀ ਜਿਹੜਾ ਹੈ ਰਾਜ ਦੇ ਵਿਕਾਸ ਦੇ ਲਈ ਇਸਤੇਮਾਲ ਕੀਤਾ ਜਾਵੇ ਤੇ ਜਿੰਨੀਆਂ ਖਾਲੀ ਪੋਸਟਾਂ ਪਈਆਂ ਨੇ, ਜਿੰਨੀਆਂ ਖਾਲੀ ਅਸਾਮੀਆਂ ਮਨਜ਼ੂਰਸ਼ੁਦਾ ਨੇ, ਉਹਨਾਂ ਸਾਰੀਆਂ ਅਸਾਮੀਆਂ ਨੂੰ ਭਰਿਆ ਜਾਵੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਤੇ ਨੌਜਵਾਨ ਜਿਹੜਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਸੈਟਲ ਹੋਵੇ ਤੇ ਇੱਕ ਖਾਸ ਪ੍ਰਕਾਰ ਦੀ ਮੈਚੁਰਿਟੀ ਜਿਹੜੀ ਹੈਗੀ ਆ ਸਰਕਾਰ ਦੇ ਵਿੱਚ ਲਿਆਂਦੀ ਜਾਵੇ। ਹੁਣ ਮੈਂ ਅੱਜ ਪੜ੍ਹ ਰਿਹਾ ਸੀਗਾ ਕਿ ਲੁਧਿਆਣੇ ਦੇ ਵਿੱਚ ਇੱਕ ਵਸੀਕਾ ਨਵੀਸ ਦੇ ਉੱਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਪਰਚਾ ਜਿਹੜਾ ਹੈਗਾ ਉਹ ਦਰਜ ਕੀਤਾ ਗਿਆ, ਉਹਨੂੰ ਅਰੈਸਟ ਕੀਤਾ ਗਿਆ, ਟਰੈਪ ਕੀਤਾ ਗਿਆ। ਮੈਨੂੰ ਇਹ ਸਮਝ ਨਹੀਂ ਲੱਗਦੀ ਹੈ ਵੀ ਵਸੀਕਾ ਨਵੀਸ ਤਾਂ ਪਬਲਿਕ ਸਰਵੈਂਟ ਹੀ ਨਹੀਂ ਹੈ। ਜਿਹੜਾ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਆ 1988 ਉਹਦੀ ਸੈਕਸ਼ਨ 2 ਪੜ੍ਹੋ, ਉਹਦੇ ਵਿੱਚ ਕੌਣ ਪਬਲਿਕ ਸਰਵੈਂਟ ਨੇ, ਵਸੀਕਾ ਨਵੀਸ ਤਾਂ ਉਹਦੇ ਵਿੱਚ ਆਉਂਦਾ ਹੀ ਨਹੀਂ ਹੈ। ਜੇ ਹੁਣ ਆਪਾਂ ਇਸ ਤਰ੍ਹਾਂ ਦੀਆਂ ਕਰ, ਬੇਸ਼ੱਕ ਉਹਨੇ ਮਾਲ ਪ੍ਰੈਕਟਿਸਿਸ ਕੀਤੀਆਂ ਨੇ, ਉਹਦੇ ਲਈ ਕੋਈ ਹੋਰ ਸੈਕਸ਼ਨ ਲੱਗ ਸਕਦੀ ਹੈ ਆਈਪੀਸੀ ਦੀ, ਕੋਈ ਹੋਰ ਧਾਰਾ ਦੇ ਉੱਤੇ ਉਹਦਾ ਮਾਮਲਾ ਦਰਜ ਕੀਤਾ ਜਾ ਸਕਦਾ, ਲੇਕਿਨ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਉੱਤੇ ਉਹ ਪਬਲਿਕ ਸਰਵੈਂਟ ਨਹੀਂ ਹੈ। ਤੋਂ ਇਸ ਤਰ੍ਹਾਂ ਦੀ ਜਿਹੜੀ ਮੈਚੁਰਿਟੀ ਹੈਗੀ ਆ ਉਹਦੇ ਨਾਲ ਸਾਨੂੰ ਕੰਮ ਕਰਨਾ ਪਏਗਾ, ਜਾਂ ਫਿਰ ਇਹ ਹੋਏਗਾ ਕਿ ਉਸ ਵਸੀਕਾ ਨਵੀਸ ਦੇ ਮਾਧਿਅਮ ਰਾਹੀਂ ਕੋਈ ਪਬਲਿਕ ਸਰਵੈਂਟ ਜਿਹੜਾ ਹੈਗਾ ਉਸ FIR ਦੇ ਵਿੱਚ ਲਿਆਉਣਾ ਪਏਗਾ, ਤਾਂ ਉਹ ਜਸਟੀਫਿਕੇਸ਼ਨ ਉਸ ਦੀ ਬਣੇਗੀ ਅਰੈਸਟ ਦੀ, ਅਦਰਵਾਈਜ਼ ਉਹਦੀ ਜਸਟੀਫਿਕੇਸ਼ਨ ਨਹੀਂ ਬਣ ਸਕਦੀ। ਤੋਂ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜੀ ਰਾਜ ਸਰਕਾਰ ਹੈਗੀ ਆ ਉਹ ਬਿਊਰੋਕ੍ਰੇਸੀ ਲੈਵਲ ਤੇ, ਚਾਹੇ ਪੁਲਿਸ ਬਿਊਰੋਕ੍ਰੇਸੀ ਆ, ਚਾਹੇ ਉਹ ਨਿਚਲੇ ਲੈਵਲ ਦੇ ਮੁਲਾਜ਼ਮ ਨੇ, ਚਾਹੇ ਉਹ ਸਿਵਲ ਬਿਊਰੋਕ੍ਰੇਸੀ ਆ ਤੇ ਚਾਹੇ ਉਹ ਪੋਲੀਟੀਕਲ ਲੈਵਲ ਹੈਗਾ, ਇਹਨਾਂ ਨੂੰ ਇੱਕ ਹਾਈ ਮੈਚੁਰਿਟੀ ਦੇ ਪ੍ਰਸੰਗ ਦੇ ਵਿੱਚ ਆਪਣੇ ਐਕਟ ਜਿਹੜੇ ਹੈਗੇ ਆ, ਕਾਰਵਾਈਆਂ ਜਿਹੜੀਆਂ ਪਾਉਣੀਆਂ ਚਾਹੀਦੀਆਂ ਨੇ ਤੇ ਪੈਣਗੀਆਂ, ਤਾਂ ਹੀ ਜਿਹੜਾ ਹੈਗਾ ਉਹ ਕਿਸੇ ਨਿਆਂਇਆਲੇ ਦੇ ਵਿੱਚ ਜਾ ਕੇ ਚੀਜ਼ਾਂ ਲੌਜੀਕਲ ਰੂਪ ਦੇ ਵਿੱਚ ਸਾਹਮਣੇ ਆਉਣਗੀਆਂ। ਸਬਸਿਡੀਜ਼ ਜਿਹੜੀਆਂ ਨੇ ਲੁਭਾਣੇ, ਚਾਹੇ ਕੋਈ ਵੀ ਵਾਅਦੇ ਆ, ਕੋਈ ਵੀ ਸਰਕਾਰ ਆ, ਉਹ ਲੋਕਾਂ ਨੂੰ ਵੀ ਹੁਣ ਇਸ ਲੈਵਲ ਦੇ ਉੱਤੇ ਅੱਗੇ ਆਉਣਾ ਚਾਹੇਗਾ ਕਿ ਜੇ ਅਸੀਂ ਰਾਜ ਸਰਕਾਰ ਨੂੰ, ਪੰਜਾਬ ਦੇ ਪ੍ਰਾਂਤ ਨੂੰ ਵਧੀਆ ਦੇਖਣਾ ਚਾਹੁੰਦੇ ਹਾਂ, ਹਰਾ ਭਰਾ ਦੇਖਣਾ ਚਾਹੁੰਦੇ ਹਾਂ, ਤਾਂ ਸਬਸਿਡੀਜ਼ ਸਾਨੂੰ ਖੁਦ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਸਾਨੂੰ ਸਬਸਿਡੀ ਦੀ ਥਾਂ ਦੇ ਉੱਤੇ ਮੌਕੇ ਦਿਓ ਰੁਜ਼ਗਾਰ ਦੇ, ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੰਪਲਾਇਮੈਂਟ ਦੇ ਵਿੱਚ ਲੈ ਕੇ ਆਓ ਤੇ ਮੁੱਖ ਧਾਰਾ ਦੇ ਵਿੱਚ ਜਿਹੜੇ ਹੈਗੇ ਆ ਉਹ ਰਹਿਣ, ਤੇ ਕਿਸੇ ਪ੍ਰਕਾਰ ਦੀ ਜਿਹੜੀ ਇਸ ਤਰ੍ਹਾਂ ਦਾ ਵਿਪਥਨ ਹੈਗਾ ਤੇ ਭਟਕ ਜਾਂਦੇ ਆ, ਡਾਇਵਰਸ਼ਨ 'ਚ ਚਲੇ ਜਾਂਦੇ ਆ, ਜਾਂ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਪੈਦਾ ਕਰਦੇ ਆ, ਜਾਂ ਕੋਈ ਗੈਂਗਸਟਰ ਬਣਦੇ ਆ, ਜਾਂ ਇੰਡੀਵਿਜੂਅਲ ਫਰਸਟ੍ਰੇਸ਼ਨ ਦੇ ਵਿੱਚੋਂ ਮਰਡਰਸ ਹੁੰਦੇ ਆ, ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਾ ਪਵੇ ਪੰਜਾਬ ਦਾ ਨੌਜਵਾਨ, ਪੰਜਾਬ ਦੇ ਵਾਸੀ ਜਿਹੜੇ ਹੈਗੇ ਆ, ਤਾਂ ਲੱਗਦਾ ਹੈਗਾ ਕਿ 10-12 ਸਾਲਾਂ ਦੇ ਵਿੱਚ ਇੰਨੀ ਜਲਦੀ ਨਹੀਂ ਹੈ। ਇਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਹਵਾ ਦੇ ਨਾਲ ਹੀ ਸਾਰਾ ਕੁਝ ਹੋ ਜਾਏਗਾ। ਅਗਰ ਅਸੀਂ ਅੱਜ ਤੋਂ ਇਸ ਰਾਹ ਦੇ ਉੱਤੇ ਤੁਰ ਪੈਂਦੇ ਹਾਂ ਤਾਂ 5-7 ਸਾਲ, ਦੇਖੋ ਪ੍ਰੋਬਲਮ 25-30 ਸਾਲ ਦੀ ਹੈ, ਤਾਂ ਵਿਦਨ ਡੇਜ਼ ਵਿਦਨ ਮੰਥਸ ਇਹ ਨਹੀਂ ਜਾਣੀ, ਇਹਨੂੰ ਟਾਈਮ ਲੱਗੇਗਾ, ਲੇਕਿਨ ਆਪਾਂ ਇੱਕ ਸਹੀ ਦਿਸ਼ਾ ਵੱਲ ਨੂੰ ਆਪਣੇ ਕਦਮ ਵਧਾਈਏ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਕੁਝ ਸਾਲਾਂ ਦੇ ਵਿੱਚ ਇਹ ਪ੍ਰੋਬਲਮ ਠੀਕ ਰਾਹ ਦੇ ਉੱਤੇ ਸਾਡੇ ਪੰਜਾਬ ਦਾ ਭਵਿੱਖ ਪੈ ਜਾਏ। ਸੁਰਿੰਦਰ ਜੀ ਬਿਲਕੁਲ ਜਗਮੋਹਨ ਜੀ, ਬਿਲਕੁਲ ਤੁਹਾਡੀ ਗੱਲ ਵਾਜਬ ਹੈ। ਬਜਟ 3 ਤਰੀਕ ਨੂੰ ਸ਼ੁਰੂ ਹੋ ਜਾਣਾ, ਇਜਲਾਸ ਸ਼ੁਰੂ ਹੋ ਜਾਣਾ। ਤੁਸੀਂ ਜਿਹੜੀ ਫ੍ਰੀ ਦੀਆਂ ਸਬਸਿਡੀ ਦੀਆਂ ਗੱਲਾਂ ਕੀਤੀਆਂ, ਤੁਹਾਨੂੰ ਇਹਦੇ 'ਚ ਵੀ ਦਿਖਣ ਲੱਗ ਜੂਗਾ। ਵਿਰੋਧੀਆਂ ਵਾਲੇ ਪਾਸੇ ਜਾਵਾਂਗੇ, ਤੁਸੀਂ ਦੇਖ ਲੈਣਾ ਪੈਨਸ਼ਨ ਤੋਂ ਗੱਲ ਸ਼ੁਰੂ ਹੋ ਜਾਣੀ ਹੈ ਵੀ ਪੈਨਸ਼ਨ ਇਹਨਾਂ ਨੇ ਕਿਹਾ ਸੀ ਫ੍ਰੀ ਲਾ ਦਾਂਗੇ, ਉਹ ਕਦੋਂ ਲਾਓਗੇ? ਫ੍ਰੀ ਦੀ ਤਾਂ ਸ਼ਾਇਦ ਸਾਨੂੰ ਆਦਤ ਪੈ ਗਈ ਹੈ, ਸ਼ਾਇਦ ਜਦੋਂ ਜਿਹੜਾ ਫ੍ਰੀ ਕਰਕੇ ਸਾਡਾ ਪੰਜਾਬ ਦਾ ਖਜ਼ਾਨਾ ਖਾਲੀ ਕਰ ਜਾਂਦਾ, ਅਸੀਂ ਉਦੋਂ ਨਹੀਂ ਧਿਆਨ ਦਿੰਦੇ, ਉਦੋਂ ਦਿੰਦੇ ਹਾਂ ਜਦੋਂ ਸੱਤਾ 'ਚ ਉਸ ਬੰਦੇ ਨੂੰ ਬਿਠਾ ਦਿੰਦੇ ਹਾਂ। ਸ਼ਾਇਦ ਇਹ ਵੀ ਸਾਡਾ ਦੁਖਾਂਤ ਹੈ ਕਿ ਸਾਨੂੰ ਫ੍ਰੀ ਪਹਿਲਾਂ ਚਾਹੀਦਾ। ਹਾਲੇ ਤੱਕ ਅਸੀਂ ਮੋਬਾਈਲ ਫੋਨਾਂ 'ਤੇ ਰਹੇ, ਸਮਾਰਟਫੋਨ ਮਿਲ ਜਾਣਗੇ, ਲੈਪਟਾਪ ਮਿਲ ਜਾਣਗੇ, ਐਤਕੀ ਤਾਂ ਸਕੂਟੀਆਂ ਵੀ ਮਿਲ ਜਾਣੀਆਂ ਸੀਗੀਆਂ, ਤੇ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਗੱਲ ਨਹੀਂ
ਕਿ ਕੱਲ ਨੂੰ ਪਾਰਟੀ ਕਿਸੇ ਵੀ ਪਾਰਟੀ ਕੋਈ ਪਾਰਟੀ ਆ ਕੇ ਇਹ ਵੀ ਦਾਵਾ ਕਰ ਦਵੇ ਜੀ ਸਾਨੂੰ ਜਿਤਾ ਦਿਓ ਸਾਰੇ ਘਰੇ ਅਸੀਂ ਥਾਰ ਦੇ ਦਾਂਗੇ, ਕੋਈ ਵੱਡੀ ਗੱਲ ਨਹੀਂ। ਪਰ ਇਹ ਫ੍ਰੀ ਦੀ ਆਦਤ ਸਾਨੂੰ ਵਾਕਈ ਛੱਡਣੀ ਪਏਗੀ ਜੀ। ਪੰਜਾਬ ਦਾ ਭਵਿੱਖ ਫਿਰ ਧੁੰਦਲਾ ਹੀ ਰਹੇਗਾ। ਇਹ ਆਪਣੇ ਮੁੱਖ ਰਾਹ ਦੇ ਉੱਤੇ, ਵਿਕਾਸ ਦੇ ਰਾਹ ਦੇ ਉੱਤੇ ਪੈ ਨਹੀਂ ਸਕੇਗਾ। ਇਹ ਠੀਕ ਹੈ ਕਿ ਜਿਹੜੀ ਪੋਲੀਟੀਕਲ ਪਾਰਟੀ ਆ ਜਾਏਗੀ ਰਾਜ ਭਾਗ ਮੰਨ ਲੇਗੀ, ਲੇਕਿਨ ਪੰਜਾਬ ਦੇ ਆਮ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਪਤਾ ਵਿਕਾਸ ਇਸ ਤਰੀਕੇ ਨਾਲ ਹੋ ਨਹੀਂ ਸਕੇਗਾ। ਬਿਲਕੁਲ ਜਗਮੋਹਨ ਜੀ, ਤੁਸੀਂ ਸਾਨੂੰ ਆਪਦਾ ਕੀਮਤੀ ਸਮਾਂ ਦਿੱਤਾ, ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਇਹ ਸੀ ਪ੍ਰੋਫੈਸਰ ਜਗਮੋਹਨ ਸਿੰਘ ਜੀ। ਕਹਿੰਦੇ ਜੇ ਰੰਗਲਾ ਪੰਜਾਬ ਦੇਖਣਾ ਤਾਂ ਸਭ ਤੋਂ ਪਹਿਲਾਂ ਖੁਦ ਤੋਂ ਸ਼ੁਰੂਆਤ ਕਰਨੀ ਪਏਗੀ। ਆ ਫ੍ਰੀ ਤੇ ਸਬਸਿਡੀ ਨੂੰ ਇਹਨੂੰ ਛੱਡਣਾ ਪਏਗਾ। ਸਰਕਾਰ ਜਦੋਂ ਵਾਅਦੇ, ਕੋਈ ਸਰਕਾਰ ਇਹੋ ਜਿਹੇ ਵਾਅਦੇ ਕਰੇ, ਲੁਭਾਵਨੇ ਵਾਅਦੇ ਕਰੇ, ਉਦੋਂ ਕੰਟਰੋਲ ਕਰਨਾ ਪਏਗਾ, ਕਿਉਂਕਿ ਉਹ ਵਾਅਦੇ ਜਿਹੜੇ ਲੁਭਾਵਨੇ ਵਾਅਦੇ ਨੇ ਆਖਰਕਾਰ ਉਹ ਪੰਜਾਬ ਦੇ ਖਜ਼ਾਨੇ ਚੋਂ ਜਾਂਦੇ ਨੇ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।